ਬਾਗੀ ਜਾਂ ਦਾਗੀ ਤੇ ਬਾਗੀ ਸਾਰੇ ਅਕਾਲੀ ਦਲ ਦੇ ਲੀਡਰਾਂ ਨੂੰ ਖੜੇ ਕਰਕੇ ਇਹਨਾਂ ਤੋਂ ਕੱਲੇ ਨੂੰ ਗੁਨਾਹ ਬਾਰੇ ਪੁੱਛਿਆ ਗਿਆ ਤਾਂ ਇਹਨਾਂ ਵਿੱਚੋਂ ਅੱਜ ਵੀ ਚੰਦੂਮਾਜਰਾ ਸਾਹਿਬ ਇਹ ਗੱਲ ਤੇ ਅੜੇ ਰਹੇ ਕਿ ਮੈਂ ਤਾਂ ਜੀ ਉਹ ਬਿਆਨ ਦਿੱਤਾ ਨਹੀਂ ਜਿਹਦੇ ਵਿੱਚ ਕਿਹਾ ਗਿਆ ਕਿ ਇਹ ਜਿਹੜਾ ਡੇਰਾ ਸਰਸਾ ਦੇ ਮੁਖੀ ਨੂੰ ਮਾਫ ਕਰਨ ਵਾਲਾ ਫੈਸਲਾ ਬੜਾ ਵਧੀਆ ਵਾ। ਮਲੂਕਾ ਸਾਹਿਬ ਉਹ ਸ਼ਖਸ ਆ ਜਦੋਂ ਬਰਗਾੜੀ ਬਾਈਬਲ ਕਾਂਡ ਤੋਂ ਬਾਅਦ ਖਾਲਸਾ ਪੰਥ ਬਹੁਤ ਜ਼ਿਆਦਾ ਉਦਾਸ ਨਿਰਾਸ਼ ਰੋਹ ਵਿੱਚ ਸੀ। ਉਸ ਮੌਕੇ ਖਾਲਸਾ ਪੰਥ ਨੇ ਦੀਵਾਲੀ ਦੇ ਮੌਕੇ ਦੀਪਮਾਲਾ ਕਰਨ ਤੋਂ ਇਨਕਾਰ ਕਰਤਾ ਵੀ ਆਪਾਂ ਸੈਲੀਬ੍ਰੇਟ ਨਹੀਂ ਕਰਦਾ। ਮਲੂਕੇ ਨੇ ਤੇ ਹੋਰ ਕਈਆਂ ਨੇ ਗੱਜ ਵੱਜ ਕੇ ਕਿਹਾ ਵੀ ਦੇਖਦੇ ਆ ਕਿਹੜਾ ਰੋਕਦਾ, ਲਾਓ ਜੀ ਮੋਮਬੱਤੀਆਂ, ਲਾਓ ਸੈਲੀਬ੍ਰੇਟ ਕਰੋ, ਚੱਕ ਦਿਆਂਗੇ ਫੱਟੇ। ਇੱਕ ਵਾਰੀ ਬੀਬੀ ਜਗੀਰ ਕੌਰ ਇੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਪੱਤਰਕਾਰਾਂ ਨੇ ਕੋਈ ਉਹਨੂੰ ਗੱਲ ਪੁੱਛੀ ਸਵਾਲ ਪੁੱਛਿਆ ਤਾਂ ਉਹ ਕਹਿੰਦੀ ਜੀ ਮਤਲਬ ਜਿਵੇਂ ਡੇਰਾ ਸਰਸਾ ਦਾ ਕੋਈ ਕਸੂਰ ਨਹੀਂ, ਨਾ ਅਕਾਲੀ ਦਲ ਦਾ ਕੋਈ ਕਸੂਰ ਸਾਰਾ ਸਰਦਾਰ ਹਰਜਿੰਦਰ ਸਿੰਘ ਮਾਝੀ ਨਾਂ ਦੇ ਪ੍ਰਚਾਰਕ ਦਾ। ਕਹਿੰਦੀ ਉਹਨੇ ਪ੍ਰਚਾਰ ਹੀ ਇੰਨਾ ਵਧੀਆ ਕੀਤਾ ਵੀ ਲੋਕਾਂ ਨੇ ਡੇਰਾ ਸਰਸਾ ਦੇ ਮੁਖੀ ਦੇ ਜਿਹੜੇ ਗਲ 'ਚ ਲਾਕਟ ਪਾਏ ਹੁੰਦੇ ਆ ਲੋਕਾਂ ਦੇ, ਉਹ ਲਾ ਕੇ ਸਿੱਟ ਤੇ ਫਿਰ ਗੱਲ ਵਿਗੜ ਗਈ। ਸੋ ਇਹ ਜਿੰਨੇ ਵੀ ਲੀਡਰ ਨੇ ਇਹਨਾਂ ਨੇ ਉਸ ਮੌਕੇ ਕਦੇ ਵੀ ਕਿਸੇ ਵੀ ਸਿੱਖ ਦੀ ਭਾਵਨਾ ਦੀ ਕਦਰ ਨਹੀਂ ਕੀਤੀ ਜਦੋਂ ਇਹਨਾਂ ਕੋਲੇ ਸੱਤਾ ਸੀ। ਸਾਡੇ ਭਾਈਚਾਰੇ ਨੂੰ ਸਦਾ ਲਈ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਆ ਜਿਹੜਾ ਅੱਜ ਹੋਇਆ ਇਹਦੇ ਵਿੱਚ ਕਿਸੇ ਵੀ ਸਿੱਖ ਸ਼ਖਸੀਅਤ ਦਾ ਜਾਂ ਕਿਸੇ ਸਿੱਖ ਜਥੇਬੰਦੀ ਦਾ ਜਾਂ ਸਿੱਖ ਸੰਸਥਾ ਦਾ ਕੋਈ ਰੋਲ ਨਹੀਂ। ਇਹ ਇਹਨਾਂ ਦਾ ਆਪਦਾ ਹੀ ਝਮੇਲਾ। ਪੰਥ ਨੇ ਤਾਂ ਕਦੋਂ ਦਾ ਇਹਨਾਂ ਨੂੰ ਛੱਡਤਾ ਵਿੱਚ ਤੁਸੀਂ ਆਪਦਾ ਲਾਰੋ ਚਾ, ਤੁਸੀਂ ਹੁਣ ਸਰਸੇਵਾਲ ਤੋਂ ਵੋਟਾਂ ਲੈ ਲਓ, ਤੁਸੀਂ ਜਗਰਾਤਿਆਂ ਵਾਲਿਆਂ ਚ ਜਾ ਕੇ ਲਾਲ ਚੁੰਨੀਆਂ ਲੈ ਕੇ ਜੈ ਮਾਤਾ ਦੀ ਕਰਕੇ ਉੱਥੋਂ ਵੋਟਾਂ ਲੈ ਲਓ। ਸਾਡੇ ਹਾਲ ਤੇ ਛੱਡ ਦੋ, ਸਾਡਾ ਜੇ ਕੋਈ ਬਣਨਾ ਉਹ ਆਪੇ ਬਣ। ਗਿਆਨੀ ਰਘਵੀਰ ਸਿੰਘ ਨੇ ਸਾਫ਼ ਤੌਰ ਤੇ ਕਿਹਾ ਵੀ ਏਦਾਂ ਵਿੱਚ ਵਿਚਾਲਾ ਜਾਂ ਨਹੀਂ ਕਰਨਾ, ਨਾ ਕੋਈ ਰਾਮ ਕਹਾਣੀ ਸੁਣਾਉਣੀ ਹੈ, ਸਿੱਧਾ ਹਾਂ ਜਾਂ ਨਾ ਚ ਜਵਾਬ ਦੇ। ਸਵਾਲ ਪੁੱਛਿਆ ਗਿਆ ਕਿ ਸਿੱਖ ਨੌਜਵਾਨਾਂ ਉੱਤੇ ਜ਼ੁਲਮ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਕਿ ਨਹੀਂ ਦਿੱਤੀਆਂ। ਹੁਣ ਤੱਕ ਬਾਦਲ ਪਰਿਵਾਰ, ਬਾਦਲ ਦਲ ਤੇ ਬਾਦਲ ਜੁੰਡਲੀ ਇਹ ਸਵਾਲ ਕਰਨ ਵਾਲੇ ਨੂੰ ਗੰਦ ਵਗਦੀ ਰਹੀ ਆ, ਗਾਲਾਂ ਕੱਢਦੀ ਰਹੀ ਆ। ਅੱਜ ਉੱਥੇ ਬਾਦਲ ਨੇ, ਸੁਖਬੀਰ ਨੇ ਮੰਨਿਆ ਕਿ ਹਾਂ ਅਸੀਂ ਇਹ ਕਰਤੂਤ ਕੀਤੀ ਹੈ। ਪੰਥ ਪਿੱਟ ਕੇ ਮਰ ਗਿਆ। ਅਸੀਂ ਇਸ ਚੈਨਲ ਦੇ ਰਾਹੀਂ ਜਾਂ ਹੋਰਨਾਂ ਪਲੇਟਫਾਰਮਾਂ ਤੇ ਗੱਲ ਕਰਦੇ ਰਹੇ, ਸਾਡੀ ਕਿਸੇ ਨੇ ਨਹੀਂ ਸੁਣੀ, ਕਿਸੇ ਨੇ ਨਹੀਂ ਮੰਨੀ ਕਿ ਜੀ ਡੇਰਾ ਸਰਸਾ ਦੇ ਉੱਤੇ ਮੁਖੀ ਦੇ ਉੱਤੇ ਸਲਾਵਤਪੁਰੇ ਵਾਲਾ ਜਿਹੜਾ ਕੇਸ ਚੱਲਦਾ ਸੀ ਉਹ ਬਾਦਲ ਕਿਆ ਨੇ ਵਾਪਸ ਕਰਾਇਆ। ਅੱਜ ਜਦੋਂ ਇਹ ਸਵਾਲ ਪੁੱਛਿਆ ਗਿਆ ਕਹਿੰਦਾ ਹਾਂਜੀ ਕਰਵਾਇਆ ਸੀ ਕੇਸ ਵਾਪਸ। ਕਿ ਸੁਖਬੀਰ ਸਿਆਂ ਜਿਹੜੀ ਡੇਰਾ ਸਰਸਾ ਦੇ ਮੁਖੀ ਦੀ ਮਾਫੀ ਵਾਲੀ ਕਹਾਣੀ ਆ, ਨਾ ਤਾਂ ਉਹਨੇ ਮਾਫੀ ਮੰਗੀ ਤੇ ਨਾ ਕੋਈ ਗੱਲ ਇਹੋ ਜੀ ਤੁਸੀਂ ਬਿਨਾਂ ਮੰਗੇ ਉਹਨੂੰ ਸੌਦਾ ਸਾਧ ਨੂੰ ਮਾਫੀ ਦਵਾਈ ਕਿ ਨਹੀਂ ਦਵਾਈ। ਕਹਿੰਦਾ ਜੀ ਦਵਾਈ ਸੀ। ਹੁਣ ਇਹ ਉਹ ਗੱਲ ਆ ਜਿਹਦੇ ਬਾਰੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਹੋਰ ਲੱਲੜ ਪੱਲੜ ਨੂੰ ਪੁੱਛਣਾ ਚਾਹੀਦਾ ਹੁਣ ਵੀ ਤੁਹਾਡਾ ਆਕਾ ਤਾਂ ਮੰਨ ਗਿਆ, ਤੁਸੀਂ ਦੱਸੋ ਹੁਣ ਤੱਕ ਕਿਉਂ ਭਗਾਈ ਮਾਰਦੇ ਰਹੇ ਹੋ ਇੰਨੇ ਸਾਲ। ਭਾਈ ਫਖਰੇ ਕੌਮ ਤਾਂ ਜਿੱਦਣ ਦਿੱਤਾ ਸੀ ਉਦਣ ਹੀ ਨਾਲ ਹੀ ਨਿਬੇੜਤਾ ਸੀ ਵੀ ਅਸੀਂ ਨਹੀਂ ਮੰਨਦੇ ਇਹਨੂੰ ਫਖਰੇ ਕੌਮ। ਬਾਦਲ ਕਦੇ ਫਖਰੇ ਕੌਮ ਨਹੀਂ ਸੀ, ਬਾਦਲ ਫਿਕਰੇ ਕੌਮ ਸੀ। ਅੱਜ ਉਹਨਾਂ ਸਾਰਿਆਂ ਨੂੰ ਸ਼ਰਮ ਨਾਲ ਡੁੱਬ ਕੇ ਮਰਨਾ ਚਾਹੀਦਾ ਜਿਨ੍ਹਾਂ ਨੇ ਬਾਦਲਕਿਆਂ ਦੀ ਨਜਾਇਜ਼ ਹਮਾਇਤ ਕੀਤੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕੁਮਾਰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਕਾਲ ਤਖਤ ਸਾਹਿਬ ਤੇ ਬਾਦਲ ਦਲ ਦੇ ਲੀਡਰਾਂ ਦੀ ਪੇਸ਼ੀ ਸੀ, ਤਨਖਾਹ ਲਾ ਦਿੱਤੀ ਗਈ ਹੈ। ਸਭ ਨੂੰ ਪਤਾ ਕਿ ਸਾਡੀ ਕੌਮ ਦੇ ਵਿੱਚ ਜਿਨ੍ਹਾਂ ਨੇ ਪੰਥ ਲਈ ਸੇਵਾ ਕੀਤੀ ਹੁੰਦੀ ਆ ਉਹਨਾਂ ਦੇ ਚਲਾਣੇ ਕਰਨ ਤੋਂ ਬਾਅਦ ਨਵਾਜਿਆ ਜਾਂਦਾ, ਬੜਾ ਸਤਿਕਾਰ ਦਿੱਤਾ ਜਾਂਦਾ, ਕਈਆਂ ਨੂੰ ਅਵਾਰਡ ਦਿੱਤੇ ਜਾਂਦੇ ਆ। ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਆਪਾਂ ਸਦੀ ਦਾ ਮਹਾਨ ਸਿੱਖ ਐਲਾਨੇ। ਹੋਰ ਵੀ ਸਾਡੇ ਇਤਿਹਾਸ ਵਿੱਚ ਇਸ ਤਰ੍ਹਾਂ ਦੇ ਬੜੇ ਵਰਤਾਰੇ। ਪਰ ਅੱਜ ਮੇਰੇ ਖਿਆਲ 'ਚ ਪਹਿਲੀ ਵਾਰ ਆ ਕਿ ਜਿਸ ਸ਼ਖਸ ਨੂੰ ਉਹਦੇ ਜਿਉਂਦੇ ਜੀ ਪੰਥ ਰਤਨ ਫਖਰੇ ਕੌਮ ਅਵਾਰਡ ਦਿੱਤਾ ਗਿਆ ਸੀ, ਉਹਦੇ ਮਰਨ ਤੋਂ ਬਾਅਦ ਅੱਜ ਜਦੋਂ ਇਹ ਐਲਾਨ ਕੀਤਾ ਗਿਆ, ਕਿਸੇ ਨੂੰ ਇਸ ਗੱਲ ਦੇ ਉੱਤੇ ਭੋਰਾ ਵੀ ਹੈਰਾਨੀ ਨਹੀਂ ਹੋਈ ਵੀ ਅਸੀਂ ਤਾਂ ਉਸ ਦਿਨ ਤੋਂ ਹੀ ਬਾਦਲ ਨੂੰ ਕਦੇ ਫਖਰੇ ਕੌਮ ਨਹੀਂ ਸੀ ਮੰਨਿਆ ਜਿੱਦਣ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗੁਰਬਚਨ ਸਿੰਘ ਨੇ ਇਹ ਗੱਲ ਆਖੀ ਸੀ ਕਿ ਜੀ ਇਹ ਫਖਰੇ ਕੌਮ ਆ, ਪੰਥ ਰਤਨ।
ਤੋ ਇਹ ਪਹਿਲੀ ਵਾਰ ਵਾਪਰਿਆ ਲੱਗਦਾ ਕਿ ਪੰਥ ਦੇ ਸਾਂਝੇ ਸਮੂਹਕ ਫੈਸਲੇ ਨੂੰ ਅਕਾਲ ਤਖਤ ਸਾਹਿਬ ਤੋਂ ਇੰਨੇ ਲੰਮੇ ਅਰਸੇ ਬਾਅਦ ਐਲਾਨਿਆ ਹੋਵੇ, ਕਿਉਂਕਿ ਜਿਸ ਦਿਨ ਇਹ ਐਲਾਨ ਹੋਇਆ ਸੀ ਪੰਥ ਨੇ ਤਾਂ ਉਦੋਂ ਹੀ ਰੱਦ ਕਰਤਾ ਸੀ। ਅੱਜ ਅਕਾਲ ਤਖਤ ਸਾਹਿਬ ਤੋਂ ਐਲਾਨ ਕੀਤਾ ਗਿਆ ਕਿ ਬਾਦਲ ਨੂੰ ਜਿਹੜਾ ਫਖਰੇ ਕੌਮ ਦਿੱਤਾ ਗਿਆ ਸੀ ਉਹ ਰੱਦ ਕੀਤਾ ਜਾਵੇ। ਇਹਦੇ ਨਾਲ ਹੋਰ ਬੜੇ ਫੈਸਲੇ ਹੋਏ ਨੇ। ਖਾਸ ਤੌਰ ਤੇ ਜਥੇਦਾਰ ਗੁਰਬਚਨ ਸਿੰਘ ਨੇ ਆਪਣੀ ਪੋਸਟ ਉੱਤੇ ਬਹਿ ਕੇ ਜੋ ਕੁਝ ਕੀਤਾ ਉਹਦੇ ਮੁਤਲਕ ਅੱਜ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਗਈ ਆ ਕਿ ਸਾਰੇ ਜਿਹੜੇ ਉਹਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੁਝ ਵੀ ਸਹੂਲਤਾਂ ਮਿਲਦੀਆਂ ਨੇ ਉਹ ਵਾਪਸ ਲਈਆਂ ਜਾਣ, ਕਿਉਂਕਿ ਇਸ ਬੰਦੇ ਨੇ ਬੜੇ ਚੰਦ ਚਾੜੇ। ਜਿਹੜਾ ਉਹਦਾ ਇੱਕ ਸਾਥੀ ਗੁਰਮੁਖ ਸਿੰਘ ਜਿਹਨੇ ਕਦੇ ਕੁਛ ਕਹਿਤਾ ਕਦੇ ਕੁਛ ਕਹਿਤਾ, ਉਹਨੂੰ ਵੀ ਬਣਦਾ ਛਾਂਦਾ ਜਿਹੜਾ ਹੈਗਾ ਉਹ ਮਿਲਿਆ। ਤੇ ਇਹ ਸਾਰੇ ਕਾਸੇ ਤੋਂ ਇਲਾਵਾ ਜਿਹੜੇ ਬਾਗੀ ਸੀ ਜਾਂ ਦਾਗੀ ਸੀ ਸਾਰਿਆਂ ਦੇ ਉੱਤੇ ਮੋਹਰ ਲਾਤੀ ਵੀ ਇਹ ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ ਆ। ਜਦੋਂ ਇਹਨਾਂ ਕੋਲੇ ਸੱਤਾ ਸੀ ਇਹਨਾਂ ਨੇ ਰਲ ਮਿਲ ਕੇ ਖਾਲਸਾ ਪੰਥ ਦੇ ਹਿੱਤਾਂ ਦਾ ਘਾਣ ਕੀਤਾ ਤੇ ਰੱਜ ਕੇ ਕਹਿਰ ਕਮਾਇਆ। ਪੰਥ ਦੇ ਪੱਲੇ ਛੱਡਿਆ ਕੱਖ ਨਹੀਂ। ਤੇ ਜਿਹੜੇ ਵੀ ਸਿੱਖ ਨੇ ਇਹਨਾਂ ਦਾ ਵਿਰੋਧ ਕੀਤਾ ਉਹਨੂੰ ਇਹਨਾਂ ਨੇ ਰੱਜ ਕੇ ਜਲੀਲ ਕੀਤਾ। ਤੋ ਅੱਜ ਜਦੋਂ ਬਾਗੀ ਜਾਂ ਦਾਗੀ ਤੇ ਬਾਗੀ ਸਾਰੇ ਅਕਾਲੀ ਦਲ ਦੇ ਲੀਡਰਾਂ ਨੂੰ ਖੜੇ ਕਰਕੇ ਇਹਨਾਂ ਤੋਂ ਕੱਲੇ ਨੂੰ ਗੁਨਾਹ ਬਾਰੇ ਪੁੱਛਿਆ ਗਿਆ ਤਾਂ ਇਹਨਾਂ ਵਿੱਚੋਂ ਅੱਜ ਵੀ ਚੰਦੂਮਾਜਰਾ ਸਾਹਿਬ ਇਹ ਗੱਲ ਤੇ ਅੜੇ ਰਹੇ ਕਿ ਮੈਂ ਤਾਂ ਜੀ ਉਹ ਬਿਆਨ ਦਿੱਤਾ ਨਹੀਂ ਜਿਹਦੇ ਵਿੱਚ ਕਿਹਾ ਗਿਆ ਕਿ ਇਹ ਜਿਹੜਾ ਡੇਰਾ ਸਰਸਾ ਦੇ ਮੁਖੀ ਨੂੰ ਮਾਫ ਕਰਨ ਵਾਲਾ ਫੈਸਲਾ ਬੜਾ ਵਧੀਆ ਵਾ, ਇਹ ਮੇਰੇ ਨਾਂ ਤੇ ਇੱਥੋਂ ਦਿੱਤਾ ਗਿਆ। ਫਿਰ ਉਹਨੂੰ ਪੁੱਛਿਆ ਗਿਆ ਵੀ ਤੂੰ ਇਹਦਾ ਵਿਰੋਧ ਕਿਤੇ ਕੀਤਾ ਹੋਵੇ, ਤੂੰ ਫਿਰ ਪੱਤਰਕਾਰ ਨੇ ਜੇ ਤੇਰੀ ਮਰਜ਼ੀ ਤੋਂ ਬਗੈਰ ਲਾਇਆ ਫਿਰ ਉਹਨੂੰ ਚੈਲੰਜ ਕਰਨਾ ਸੀ। ਪਰ ਇਹ ਗੱਲ ਜੇਕਰ ਕੋਈ ਮੰਨ ਵੀ ਲਵੇ, ਕਿਉਂਕਿ ਪਾਰਟੀਆਂ ਵਿੱਚ ਏਦਾਂ ਚੱਲਦਾ ਵਾ ਵੀ ਕਿਸੇ ਲੀਡਰ ਦੇ ਨਾਂ ਦੇ ਉੱਤੇ ਬਿਆਨ ਦੇ ਦਿੰਦੇ ਆ, ਜੇ ਮੰਨ ਵੀ ਲਿਆ ਜਾਵੇ ਕਿ ਇਸ ਡੇਰਾ ਸਰਸਾ ਦੀ ਹਮਾਇਤ ਵਾਲੇ ਬਿਆਨ ਦਾ ਚੰਦੂਮਾਜਰੇ ਨੂੰ ਪਤਾ ਨਹੀਂ ਸੀ, ਤਾਂ ਇੱਥੇ ਇੱਕ ਗੱਲ ਹੋਰ ਚੇਤੇ ਕਰਨ ਲਾਇਕ ਆ ਕਿ ਇਹ ਉਹੀ ਚੰਦੂਮਾਜਰਾ ਹੈ ਜਦੋਂ ਖਾਲਸਾ ਪੰਥ ਬਰਗਾੜੀ ਵਿੱਚ ਮੋਰਚਾ ਲਾਈ ਬੈਠਾ ਸੀ। ਉਸ ਮੋਰਚੇ ਦੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਬੇਵਸਤੇ ਲਾਚਾਰ ਹੋ ਕੇ ਧੜਾ-ਧੜ ਛਾਪੇ ਮਾਰ ਕੇ ਉਹਨਾਂ ਪਾਪੀਆਂ ਦੀਆਂ ਗ੍ਰਿਫਤਾਰੀਆਂ ਕਰ ਰਹੀ ਸੀ ਜਿਨ੍ਹਾਂ ਨੇ ਬੁਰਜ ਜਵਾਹਰ ਕੇ ਤੋਂ ਸਰੂਪ ਚੋਰੀ ਕਰਕੇ ਬਰਗਾੜੀ ਪਿੰਡ ਦੇ ਵਿੱਚ ਅੰਗ ਖਿਲਾਰੇ ਸੀ। ਉਸ ਮੌਕੇ ਪਾਰਲੀਮੈਂਟ ਦੇ ਵਿੱਚ ਇਸ ਚੰਦੂਮਾਜਰੇ ਨੂੰ ਮੌਕਾ ਮਿਲ ਗਿਆ। ਇਹਨੇ ਰੱਜ ਕੇ ਉੱਥੇ ਬਰਗਾੜੀ ਮੋਰਚੇ ਦੇ ਖਿਲਾਫ ਬਹੁਤ ਨੀਚਤਾ ਭਰੇ ਬੋਲ ਜਿਹੜੇ ਸੀ ਬੋਲੇ ਸੀ। ਆਹ ਜਿਹੜੀ ਗੱਲ ਇਹ ਕਹਿ ਰਿਹਾ ਕਿ ਜੀ ਮੈਨੂੰ ਤਾਂ ਪਤਾ ਨਹੀਂ ਮੇਰੇ ਨਾਂ ਤੇ ਬਿਆਨ ਦੇ ਦਿੱਤਾ, ਇਹ ਤਾਂ ਚਲੋ ਗੱਲ ਵੱਖਰੀ ਆ, ਪਰ ਉੱਥੇ ਵਾਲੀ ਗੱਲ ਦਾ ਭਾਈ ਕੀ ਜਵਾਬ ਆ। ਇਹ ਤੋਂ ਬਾਅਦ ਆ ਜੋ ਅਗਲੀ ਗੱਲ ਤੇ ਵੀ ਜਦੋਂ ਵੀ ਇਸ ਸ਼ਖਸ ਨੂੰ ਕਦੇ ਮੌਕਾ ਮਿਲਿਆ ਇਹਨੇ ਠੋਕ ਵਜਾ ਕੇ ਸਿੱਖ ਜਗਤ ਦੇ ਹਿੱਤਾਂ ਦੇ ਤੇ ਹੱਕਾਂ ਦੇ ਉਲਟ ਬੋਲ ਕੇ ਬਾਦਲਕਿਆਂ ਦੀ ਚਾਪਲੂਸੀ ਕੀਤੀ ਤੇ ਹੁਣ ਬੀਬਾ ਬਾਲਕ ਬਣ ਕੇ ਦਿਖਾ ਰਿਹਾ। ਇਵੇਂ ਹੀ ਇੱਕ ਮਲੂਕਾ ਸਾਹਿਬ ਨੇ, ਮਲੂਕਾ ਸਾਹਿਬ ਉਹ ਸ਼ਖਸ ਆ ਜਦੋਂ ਬਰਗਾੜੀ ਬਾਈਬਲ ਕਾਂਡ ਤੋਂ ਬਾਅਦ ਖਾਲਸਾ ਪੰਥ ਬਹੁਤ ਜ਼ਿਆਦਾ ਉਦਾਸ, ਨਿਰਾਸ਼, ਰੋਹ ਵਿੱਚ ਸੀ। ਉਸ ਮੌਕੇ ਖਾਲਸਾ ਪੰਥ ਨੇ ਦੀਵਾਲੀ ਦੇ ਮੌਕੇ ਦੀਪਮਾਲਾ ਕਰਨ ਤੋਂ ਇਨਕਾਰ ਕਰਤਾ ਵੀ ਆਪਾਂ ਸੈਲੀਬ੍ਰੇਟ ਨਹੀਂ ਕਰਨਾ। ਤਾਂ ਮਲੂਕੇ ਨੇ ਤੇ ਹੋਰ ਕਈਆਂ ਨੇ ਗੱਜ ਵੱਜ ਕੇ ਕਿਹਾ ਵੀ ਦੇਖਦੇ ਆ ਕਿਹੜਾ ਰੋਕਦਾ, ਲਾਓ ਜੀ ਮੋਮਬੱਤੀਆਂ, ਲਾਓ, ਸੈਲੀਬ੍ਰੇਟ ਕਰੋ, ਚੱਕ ਦਿਆਂਗੇ ਫੱਟੇ। ਇਵੇਂ ਹੀ ਇੱਕ ਵਾਰੀ ਬੀਬੀ ਜਗੀਰ ਕੌਰ ਇੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਪੱਤਰਕਾਰਾਂ ਨੇ ਕੋਈ ਉਹਨੂੰ ਗੱਲ ਪੁੱਛੀ ਸਵਾਲ ਪੁੱਛਿਆ ਤਾਂ ਉਹ ਕਹਿੰਦੀ ਜੀ ਮਤਲਬ ਜਿਵੇਂ ਡੇਰਾ ਸਰਸਾ ਦਾ ਤਾਂ ਕੋਈ ਕਸੂਰ ਨਹੀਂ, ਨਾ ਅਕਾਲੀ ਦਲ ਦਾ ਕੋਈ ਕਸੂਰ ਆ, ਕਸੂਰ ਸਾਰਾ ਸਰਦਾਰ ਹਰਜਿੰਦਰ ਸਿੰਘ ਮਾਝੀ ਨਾਂ ਦੇ ਪ੍ਰਚਾਰਕ ਦਾ। ਕਹਿੰਦੀ ਉਹਨੇ ਪ੍ਰਚਾਰ ਹੀ ਇੰਨਾ ਵਧੀਆ ਕੀਤਾ ਵੀ ਲੋਕਾਂ ਨੇ ਡੇਰਾ ਸਰਸਾ ਦੇ ਮੁਖੀ ਦੇ ਜਿਹੜੇ ਗਲ 'ਚ ਲਾਕਟ ਪਾਏ ਹੁੰਦੇ ਆ ਲੋਕਾਂ ਦੇ, ਉਹ ਲਾ ਕੇ ਸਿੱਟ ਤੇ ਫਿਰ ਗੱਲ ਵਿਗੜ ਗਈ।
ਸੋ ਇਹ ਜਿੰਨੇ ਵੀ ਲੀਡਰ ਨੇ ਇਹਨਾਂ ਨੇ ਉਸ ਮੌਕੇ ਕਦੇ ਵੀ ਕਿਸੇ ਵੀ ਸਿੱਖ ਦੀ ਭਾਵਨਾ ਦੀ ਕਦਰ ਨਹੀਂ ਕੀਤੀ। ਜਦੋਂ ਇਹਨਾਂ ਕੋਲੇ ਸੱਤਾ ਸੀ, ਇਹਨਾਂ ਨੂੰ ਹੰਕਾਰ ਇੰਨਾ ਚੜਿਆ ਹੁੰਦਾ ਸੀ ਵੀ ਉਦੋਂ ਜਿਹੜਾ ਵੀ ਸਿੱਖ ਸੱਚੀ ਤੇ ਸੁੱਚੀ ਗੱਲ ਕਰਦਾ ਸੀ, ਇਹਨਾਂ ਨੇ ਇੱਕ ਸੋਸ਼ਲ ਮੀਡੀਆ IT ਸੈੱਲ ਬਣਾਇਆ, ਉਹਨਾਂ ਨੇ ਉਹ ਗੰਦ ਬਕਿਆ, ਉਹ ਗਾਲਾਂ ਕੱਢੀਆਂ, ਇੱਥੋਂ ਤੱਕ ਕਿ ਬਹੁਤ ਸਾਰੀਆਂ ਜਿਹੜੀਆਂ ਪੰਥ ਦੀਆਂ ਸਤਿਕਾਰਤ ਸੰਸਥਾਵਾਂ ਨੇ, ਦਮਦਮੀ ਟਕਸਾਲ ਦਾ ਵੀ ਨਾਂ ਤੇ ਪ੍ਰਭਾਵ ਵਰਤ ਕੇ ਇਹੋ ਜਿਹੇ ਫੇਸਬੁੱਕ ਤੇ ਅਕਾਊਂਟ ਬਣਾਏ ਗਏ, ਜਿਨ੍ਹਾਂ ਦਾ ਕੰਮ ਹੀ ਇਹ ਸੀ ਵੀ ਜੇ ਕੋਈ ਬਰਗਾੜੀ ਤੇ ਬਾਈਬਲ ਕਾਂਡ ਅੱਖਰ ਲਿਖਦਾ ਨਾ, ਬਸ ਉਹਨੂੰ ਤੁਸੀਂ ਰੱਜ ਕੇ ਗਾਲਾਂ ਕੱਢੋ, ਭਜਾ ਦਿਓ। ਇਹ ਤੋਂ ਬਾਅਦ ਵਿੱਚ ਇੱਕ ਹੋਰ ਕੰਮ, ਪੇਡ ਬੰਦੇ ਕਿਰਾਏ ਤੇ ਭਰਤੀ ਕੀਤੇ ਗਏ ਕਿ ਜਿੰਨੇ ਵੀ ਦੁਨੀਆ ਭਰ ਦੇ ਵਿੱਚ YouTube ਚੈਨਲ ਨੇ, ਜਿਹੜੇ ਵੀ ਉੱਥੇ ਕੋਈ ਬਾਦਲ ਦਲ ਦੀਆਂ ਕਰਤੂਤਾਂ ਖੋਲਦੇ ਹੋਣ, ਤੁਸੀਂ ਉਹਦੇ ਹੇਠਾਂ ਬਸ ਇਹ ਲਿਖੀ ਜਾਇਆ ਕਰਨਾ ਕਿ ਜੀ ਬਾਦਲਕਿਆਂ ਦਾ ਸੁਣਛਣਾ ਵਜਾਉਂਦੇ ਹੋ, ਬਾਦਲਕਿਆਂ ਦੀ ਗੱਲ ਨਾ ਕਰੋ, ਬਾਦਲਕਿਆਂ ਨੇ ਆਹ ਕਰਤਾ, ਬਾਦਲਕਿਆਂ ਨੇ ਵਿਕਾਸ ਕਰਤਾ, ਬਾਦਲਕਿਆਂ ਨੇ ਉਹ ਕਰਤਾ। ਖੈਰ, ਜਿਹੜੇ ਦੋਸ਼, ਜਿਹੜੇ ਇਲਜ਼ਾਮ ਪਿਛਲੇ 15-20 ਸਾਲ ਤੋਂ ਸਿੱਖ ਜਗਤ ਇਹਨਾਂ ਉੱਤੇ ਲਾਉਂਦਾ ਰਿਹਾ, ਤਾਂ ਇਹਨਾਂ ਨੇ ਉਹਦੇ ਮੁਤਲਕ ਕਿਹਾ ਕਿ ਬੀਬੀ ਹਰਸਿਮਰਤ ਕੌਰ ਕਹਿੰਦੀ ਹੁੰਦੀ ਸੀ, ਸੁਖਬੀਰ ਸਿੰਘ ਬਾਦਲ ਵੀ ਕਹਿੰਦਾ ਹੁੰਦਾ ਵੀ ਅਸੀਂ ਤਾਂ ਅਰਦਾਸ ਕਰਦੇ ਹਾਂ ਵੀ ਜੇ ਇਹ ਕੰਮ ਅਸੀਂ ਕੀਤੇ ਹੁਣ ਫਿਰ ਕੱਖ ਨਾ ਰਵੇ, ਤੇ ਕੱਖ ਰਿਹਾ ਵੀ ਨਹੀਂ। ਇਹ ਹੁਣ ਗਰੰਟੀ ਆ ਕਿ ਜਦੋਂ ਵੀ ਵੋਟਾਂ ਪੈਂਦੀਆਂ ਨੇ ਹਰ ਵਾਰੀ ਇਹ ਹਾਰਦੇ ਆ, ਜ਼ਮਾਨਤਾਂ ਜ਼ਬਤ ਹੁੰਦੀਆਂ, ਹੁਣ ਤਾਂ ਖੜਨੋਂ ਹੀ ਹਟ ਗਏ। ਸੋ ਕੁੱਲ ਮਿਲਾ ਕੇ ਇਹ ਕਦੇ ਅਖੰਡ ਪਾਠ ਕਰਾ ਕੇ, ਕਦੇ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕ ਕੇ, ਕਦੇ ਆਪ ਹੀ ਭਾਂਡੇ ਮਾਂਜ ਕੇ, ਆਪ ਹੀ ਜੋੜੇ ਸਾਫ਼ ਕਰਕੇ ਇਹ ਡਰਾਮਾ ਕਰਦੇ ਰਹੇ ਕਿ ਅਸੀਂ ਤਾਂ ਜੀ ਸੁਰਖਰੂ ਆ, ਸਾਡੇ ਸਾਹਮਣੇ ਕੋਈ ਗਲਤ ਗੱਲ ਹੋਈ ਨਹੀਂ। ਇਸ ਤਰੀਕੇ ਨਾਲ ਝੂਠ ਝਾਠ ਬੋਲ ਕੇ, ਗਾਲਾਂ ਗੂਲਾਂ ਕੱਢ ਕੇ ਆਪਦੇ ਹੱਕ ਵਿੱਚ ਮਾਹੌਲ ਸਿਰਜਦੇ ਰਹਿਣ ਦੇ ਵਿੱਚ ਜਦੋਂ ਅਸਫਲ ਸਾਬਤ ਹੋਏ, ਤਾਂ ਅੱਜ ਆਲਾ ਦਿਨ ਆ ਗਿਆ। ਸਾਡੇ ਭਾਈਚਾਰੇ ਨੂੰ ਸਦਾ ਲਈ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਆ ਜਿਹੜਾ ਅੱਜ ਹੋਇਆ ਹੈ, ਇਹਦੇ ਵਿੱਚ ਕਿਸੇ ਵੀ ਸਿੱਖ ਸ਼ਖਸੀਅਤ ਦਾ ਜਾਂ ਕਿਸੇ ਸਿੱਖ ਜਥੇਬੰਦੀ ਦਾ ਜਾਂ ਸਿੱਖ ਸੰਸਥਾ ਦਾ ਕੋਈ ਰੋਲ ਨਹੀਂ। ਇਹ ਇਹਨਾਂ ਦਾ ਆਪਦਾ ਹੀ ਝਮੇਲਾ। ਪੰਥ ਨੇ ਤਾਂ ਕਦੋਂ ਦਾ ਇਹਨਾਂ ਨੂੰ ਛੱਡਤਾ ਵੀ ਤੁਸੀਂ ਆਪਦਾ ਲਾਰੋ ਚਾ, ਕਦੇ ਤੁਸੀਂ RSS ਨਾਲ ਰਲ ਕੇ, ਕਦੇ ਡੇਰਾ ਸਰਸਾ ਨਾਲ ਰਲ ਕੇ, ਕਦੇ ਸਿੱਖੀ ਦੇ ਦੁਸ਼ਮਣਾਂ ਨਾਲ, ਹੋਰਾਂ ਨਾਲ ਰਲ ਕੇ ਤੁਸੀਂ ਪੰਥ ਦਾ ਨੁਕਸਾਨ, ਪੰਜਾਬ ਦਾ ਨੁਕਸਾਨ ਕਰਨ ਦਾ ਜਿਹੜਾ ਰਾਹ ਫੜਿਆ ਹੋਇਆ। ਤੁਸੀਂ ਹੁਣ ਸਰਸੇ ਵਾਲੇ ਤੋਂ ਵੋਟਾਂ ਲੈ ਲਓ, ਤੁਸੀਂ ਜਗਰਾਤਿਆਂ ਵਾਲਿਆਂ ਚ ਜਾ ਕੇ ਲਾਲ ਚੁੰਨੀਆਂ ਲੈ ਕੇ ਜੈ ਮਾਤਾ ਦੀ ਕਰਕੇ ਉੱਥੋਂ ਵੋਟਾਂ ਲੈ ਲਓ। ਸਾਡੇ ਹਾਲ ਤੇ ਛੱਡ ਦੋ, ਸਾਡਾ ਜੇ ਕੋਈ ਬਣਨਾ ਹੋਊ ਆਪੇ ਬਣ ਜੂ। ਸੋ ਇਸ ਮਾਹੌਲ ਦੇ ਵਿੱਚ ਇਹਨਾਂ ਦੀ ਕੋਈ ਨਾ ਤਾਂ ਸ਼ਿਕਾਇਤ ਕਰਦਾ ਕਿਤੇ, ਨਾ ਕੋਈ ਇਹਨਾਂ ਨੂੰ ਗੱਲ ਕਹਿੰਦਾ ਵੀ ਮਰੇ ਮੁੱਕਰੇ ਦਾ ਕੀ ਵਸਾ। ਸੋ ਇਸ ਮਾਹੌਲ ਵਿੱਚ ਇਹਨਾਂ ਦੇ ਆਪ ਦੇ ਹੀ ਇੱਕ ਸੈਕਸ਼ਨ ਨੇ, ਜਿਨ੍ਹਾਂ ਨੂੰ ਬਾਗੀ ਕਹਿੰਦੇ ਆ ਜਾਂ ਸਮਾਜ ਸੁਧਾਰ ਲਹਿਰ, ਪਤਾ ਨਹੀਂ ਕੀ, ਉਹਨਾਂ ਨੇ ਸ਼ਿਕਾਇਤ ਕੀਤੀ, ਦੂਜੇ ਧਿਰ ਨੂੰ ਉਹਨਾਂ ਨੇ ਸੱਦ ਲਿਆ ਤੇ ਅੱਜ ਵਾਲੀ ਗੱਲ ਆ ਗਈ। ਸੋ ਇਹ ਵਿਧਨ ਬਾਦਲ ਦਲ ਇੱਕ ਝਮੇਲਾ ਵਾ ਜਿਹਦਾ ਅੱਜ ਐਂਡ ਹੋਇਆ। ਇਹ ਠੀਕ ਆ ਕਿ ਇਸ ਮਾਹੌਲ ਦੇ ਵਿੱਚ ਜਦੋਂ ਅਕਾਲੀ ਦਲ ਦਾ, ਬਾਦਲ ਦਲ ਦਾ ਪੂਰੀ ਤਰ੍ਹਾਂ ਸਤਿਆਨਾਸ਼ ਹੋਇਆ, ਜਦੋਂ ਇਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਵੀ ਦਾਗ ਲਾ ਦਿੱਤੇ ਨੇ, ਜਦੋਂ ਇਹਨਾਂ ਨੇ ਜਥੇਦਾਰਾਂ ਨੂੰ ਵੀ ਨਹੀਂ ਬਖਸ਼ਿਆ, ਅੱਜ ਜੋ ਜਥੇਦਾਰ ਗੁਰਬਚਨ ਸਿੰਘ ਨਾਲ ਵਾਪਰੀ ਆ, ਜੋ ਜਥੇਦਾਰ ਗੁਰਮੁਖ ਸਿੰਘ ਨਾਲ ਵਾਪਰੀ ਆ, ਉਹਦਾ ਅਸਲੀ ਸੂਤਰਧਾਰ ਕੌਣ ਹੈ? ਜਿਵੇਂ ਜਿਹੜਾ ਡੇਰਾ ਸਰਸਾ, ਉੱਥੇ ਇੱਕ ਅਦਿੱਤਿਆ ਇਨਸਾਨ ਨਾਂ ਦਾ ਬੰਦਾ ਹੁੰਦਾ ਸੀ, ਜਦੋਂ ਜਿਹੜਾ ਲਿਬਾਸ ਪਾਇਆ ਸੀ 10ਵੇਂ ਪਾਤਸ਼ਾਹ ਦਾ, ਉਹ ਜਿਹਾ ਸਾਂਗ ਕਰਕੇ ਨਕਲ ਲਾਈ ਸੀ ਸਲਾਮਤਪੁਰਾ ਕਾਂਡ, ਉਦੋਂ TV ਚੈਨਲਾਂ ਦੇ ਉੱਤੇ ਇੱਕ ਉਹ ਰੋਡੂ ਜਿਹਾ ਲਿਆ ਕੇ ਖੜਾ ਕਰਤਾ, ਉਹਦਾ ਨਾਂ ਅਦਿੱਤਿਆ ਇਨਸਾਨ ਸੀ, ਉਹਦਾ ਪਰਿਵਾਰ ਵੀ ਚਰਚਾ 'ਚ ਰਿਹਾ। ਉਹ ਅਦਿੱਤਿਆ ਇਨਸਾਨ ਨੇ ਡੇਰਾ ਸਰਸਾ ਦਾ ਪੱਖ ਰੱਖਣਾ, ਬੜੀ ਐਡਵੋਕੇਸੀ ਕਰਨੀ, ਕਿਸੇ ਨੂੰ ਗੱਲ ਨਹੀਂ ਸੀ ਆਉਣ ਦਿੰਦਾ। ਉਹ ਬੰਦਾ ਇੰਨਾ ਸ਼ਾਤਰ ਤੇ ਚਾਤਰ ਸੀ, ਜਦੋਂ ਬਾਅਦ ਵਿੱਚ ਪੰਚਕੂਲੇ ਗੋਲੀ ਕਾਂਡ, ਛੱਤਰ ਪਰੇਡ ਹੋਈ ਆ, ਉਦੋਂ ਵੀ ਉਹ ਉਸ ਹਿੰਸਾ ਦਾ, ਉਸ ਵਾਇਲੈਂਸ ਦਾ ਸੂਤਰਧਾਰ ਮੰਨਿਆ ਜਾਂਦਾ। ਪਰ ਅੱਜ ਤੱਕ ਸਰਕਾਰ ਨੇ ਨਾ ਉਹਨੂੰ ਫੜਿਆ ਤੇ ਨਾ ਉਹਨੂੰ ਫੜਨਾ।
ਉਹਨੇ ਡੇਰਾ ਸਰਸਾ ਦੀ ਮੁਕੰਮਲ ਬਰਬਾਦੀ ਤਾਂ ਕਰਵਾਤੀ, ਪਰ ਅੱਜ ਤੱਕ ਉਹ ਕਿਸੇ ਸੇਫ ਜਗ੍ਹਾ ਤੇ ਬੈਠਾ ਨਜ਼ਾਰੇ ਲੈਂਦਾ। ਉਹਦਾ ਕੰਮ ਹੀ ਇਹੀ ਲੱਗਦਾ ਸੀ। ਸੋ ਇੱਧਰ ਆ ਜਾਓ, ਇਹੀ ਕੰਮ ਡਾਕਟਰ ਦਲਜੀਤ ਸਿੰਘ ਚੀਮੇ ਨੇ ਤੇ ਹਰਚਰਨ ਸਿੰਘ ਬੈਂਸ ਨੇ ਕੀਤਾ। ਇਹਨਾਂ ਦਾ ਕੱਖ ਨਹੀਂ ਵਿਗੜਿਆ, ਪਰ ਇਹਨਾਂ ਨੇ ਬਾਦਲ ਦਲ ਦਾ, ਅਕਾਲੀ ਦਲ ਦਾ, ਸ਼੍ਰੋਮਣੀ ਕਮੇਟੀ ਦਾ, ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਤੇ ਸਿੱਖਾਂ ਦੀਆਂ ਸੰਸਥਾਵਾਂ ਦਾ ਜੋ ਹਸ਼ਰ ਕੀਤਾ, ਉਹ ਆਪਣੇ ਸਭ ਦੇ ਸਾਹਮਣੇ ਹੈ। ਇਹਨਾਂ ਨੇ ਪੰਪ ਦੇ ਕੇ ਬਾਦਲ ਪਰਿਵਾਰ ਨੂੰ ਇੱਥੇ ਲੈ ਆਂਦਾ ਤੇ ਇੱਕ ਚਾਪਲੂਸਾਂ ਦਾ ਟੋਲਾ ਪੈਦਾ ਹੋ ਗਿਆ, ਜਿਨ੍ਹਾਂ ਦਾ ਕੰਮ ਹੀ ਇਹ ਆ ਕਿ ਜੀ ਤੁਸੀਂ ਕਿਸੇ ਦੀ ਪਰਵਾਹ ਨਾ ਕਰੋ, ਬਾਦਲ ਸਾਹਿਬ ਚੱਕ ਦਿਓ ਫੱਟੇ, ਅਸੀਂ ਤੁਹਾਡੇ ਨਾਲ। ਇਹੀ ਟੋਲਾ ਉਹ ਆ ਜਿਹੜਾ ਅੱਜ ਤੱਕ ਵੀ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰਦਾ ਆ ਰਿਹਾ ਕਿ ਜੀ ਬਿਲਕੁਲ ਝੂਠੇ ਦੋਸ਼ ਨੇ, ਬਿਲਕੁਲ ਝੂਠੇ ਇਲਜ਼ਾਮ ਨੇ। ਇਹ ਤਾਂ ਜੀ ਇੱਕ ਨੈਰੇਟਿਵ ਸਿਰਜ ਕੇ ਬਾਦਲ ਦਲ ਨੂੰ ਬਦਨਾਮ ਕੀਤਾ ਜਾ ਰਿਹਾ। ਇਸੇ ਚੱਕਰ ਦੇ ਵਿੱਚੋਂ ਉਸ ਜੁੰਡਲੀ ਨੇ ਹਰਿਆਣੇ ਦੇ ਇੱਕ ਗਾਇਕ ਤੋਂ ਪਿਛਲੇ ਦਿਨੀ ਗਾਣਾ ਵੀ ਗਵਾਇਆ, ਜਿਹਦੇ ਵਿੱਚ ਕਿਹਾ ਵੀ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਸੁਖਬੀਰ। ਅੱਜ ਖੈਰ ਨਤਾਰੇ ਹੋ ਗਏ ਐ। ਅੱਜ ਅਕਾਲ ਤਖਤ ਸਾਹਿਬ ਦੇ ਸਰਮੁਖ ਲੱਤ ਤੇ ਸੱਟ ਵੱਜੀ ਹੋਣ ਕਰਕੇ ਉਹ ਤੇ ਬਲਵਿੰਦਰ ਸਿੰਘ ਭੂੰਦੜ ਦੋਨੇ ਕੁਰਸੀਆਂ ਤੇ ਬੈਠੇ ਸੀ। ਉੱਥੇ ਫਿਰ ਜਦੋਂ ਸਵਾਲ ਪੁੱਛੇ ਗਏ ਤਾਂ ਗਿਆਨੀ ਰਘਵੀਰ ਸਿੰਘ ਨੇ ਸਾਫ਼ ਤੌਰ ਤੇ ਕਿਹਾ ਵੀ ਏਦਾਂ ਵਿੱਚ ਵਿਚਾਲਾ ਜਾਂ ਨਹੀਂ ਕਰਨਾ, ਨਾ ਕੋਈ ਰਾਮ ਕਹਾਣੀ ਸੁਣਾਉਣੀ ਆ, ਸਿੱਧਾ ਹਾਂ ਜਾਂ ਨਾ ਚ ਜਵਾਬ ਦੇ। ਸਵਾਲ ਪੁੱਛਿਆ ਗਿਆ ਕਿ ਸਿੱਖ ਨੌਜਵਾਨਾਂ ਉੱਤੇ ਜ਼ੁਲਮ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਕਿ ਨਹੀਂ ਦਿੱਤੀਆਂ। ਹੁਣ ਤੱਕ ਬਾਦਲ ਪਰਿਵਾਰ, ਬਾਦਲ ਦਲ ਤੇ ਬਾਦਲ ਜੁੰਡਲੀ ਇਹ ਸਵਾਲ ਕਰਨ ਵਾਲੇ ਨੂੰ ਗੰਦ ਵਕਦੀ ਰਹੀ ਆ, ਗਾਲਾਂ ਕੱਢਦੀ ਰਹੀ ਆ। ਅੱਜ ਉੱਥੇ ਬਾਦਲ ਨੇ, ਸੁਖਬੀਰ ਨੇ ਮੰਨਿਆ ਕਿ ਹਾਂ ਅਸੀਂ ਇਹ ਕਰਤੂਤ ਕੀਤੀ ਹੈ। ਦੂਜਾ, ਪੰਥ ਪਿੱਟ ਕੇ ਮਰ ਗਿਆ। ਅਸੀਂ ਇਸ ਚੈਨਲ ਦੇ ਰਾਹੀਂ ਜਾਂ ਹੋਰਨਾਂ ਪਲੇਟਫਾਰਮਾਂ ਤੇ ਗੱਲ ਕਰਦੇ ਰਹੇ, ਸਾਡੀ ਕਿਸੇ ਨੇ ਨਹੀਂ ਸੁਣੀ, ਕਿਸੇ ਨੇ ਨਹੀਂ ਮੰਨੀ ਕਿ ਜੀ ਡੇਰਾ ਸਰਸਾ ਦੇ ਉੱਤੇ, ਮੁਖੀ ਦੇ ਉੱਤੇ ਸਲਾਵਤਪੁਰੇ ਵਾਲਾ ਜਿਹੜਾ ਕੇਸ ਚੱਲਦਾ ਸੀ, ਉਹ ਬਾਦਲ ਕਿਆ ਨੇ ਵਾਪਸ ਕਰਾਇਆ। ਅੱਜ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉੱਥੇ ਲੱਗਿਆ ਸੀ ਚੂੰ-ਚਾਂ ਜੀ ਕਰਨ, ਪਰ ਜਥੇਦਾਰਾਂ ਨੇ ਕਿਹਾ ਵੀ ਸਾਫ਼ ਗੱਲ ਕਰ, ਹਾਂ ਜਾਂ ਨਾ। ਕਹਿੰਦਾ ਹਾਂਜੀ, ਕਰਵਾਇਆ ਸੀ ਕੇਸ ਵਾਪਸ। ਸੋ ਦੂਜਾ ਗੁਨਾਹ ਇਸ ਬੰਦੇ ਨੇ ਆਪ ਮੰਨਿਆ ਕਿ ਵਾਕਿਆ ਹੀ ਜੀ ਅਸੀਂ ਡੇਰਾ ਸਰਸਾ ਦੇ ਮੁਖੀ ਉੱਤੇ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਸਲਾਵਤਪੁਰੇ ਕਾਂਡ ਵਾਲਾ, ਉਹ ਵਾਪਸ ਕਰਵਾਇਆ। ਤੀਜਾ, ਇਹਨੂੰ ਪੁੱਛਿਆ ਗਿਆ ਕਿ ਸੁਖਬੀਰ ਸਿਆਂ, ਜਿਹੜੀ ਡੇਰਾ ਸਰਸਾ ਦੇ ਮੁਖੀ ਦੀ ਮਾਫੀ ਵਾਲੀ ਕਹਾਣੀ ਆ, ਨਾ ਤਾਂ ਉਹਨੇ ਮਾਫੀ ਮੰਗੀ ਤੇ ਨਾ ਕੋਈ ਗੱਲ ਇਹੋ ਜੀ ਤੁਸੀਂ ਬਿਨਾਂ ਮੰਗੇ ਉਹਨੂੰ ਸੌਦਾ ਸਾਧ ਨੂੰ ਮਾਫੀ ਦਵਾਈ ਕਿ ਨਹੀਂ ਦਵਾਈ। ਕਹਿੰਦਾ ਜੀ ਦਵਾਈ ਸੀ। ਹੁਣ ਇਹ ਉਹ ਗੱਲ ਆ ਜਿਹਦੇ ਬਾਰੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਹੋਰ ਲੱਲੜ ਪੱਲੜ ਨੂੰ ਪੁੱਛਣਾ ਚਾਹੀਦਾ ਹੁਣ ਵੀ ਤੁਹਾਡਾ ਆਕਾ ਤਾਂ ਮੰਨ ਗਿਆ, ਤੁਸੀਂ ਦੱਸੋ ਹੁਣ ਤੱਕ ਕਿਉਂ ਭਗਾਈ ਮਾਰਦੇ ਰਹੇ ਹੋ ਇੰਨੇ ਸਾਲ। ਫਿਰ ਇਹ ਗੱਲ ਆਈ ਕਿ ਚੰਡੀਗੜ੍ਹ ਵਿਖੇ ਆਪਦੀ ਰਿਹਾਇਸ਼ ਤੇ ਸੱਦ ਕੇ ਜਥੇਦਾਰਾਂ ਨੂੰ ਤੁਸੀਂ ਸੌਦੇ ਸਾਧ ਨੂੰ ਮਾਫੀ ਦੇਣ ਲਈ ਕਿਹਾ। ਕਹਿੰਦੇ ਹਾਂਜੀ ਕਿਹਾ ਸੀ। ਫਿਰ ਆਈ ਕਿ ਪਾਵਨ ਸਰੂਪਾਂ ਦੀ ਚੋਰੀ ਹੋਈ, ਬੇਅਦਬੀ ਦੇ ਮਾਮਲਿਆਂ ਦੀ ਤੁਸੀਂ ਜਾਂਚ ਨਹੀਂ ਕਰਵਾਈ। ਕਹਿੰਦੇ ਜੀ ਹਾਂ ਕਤਾਹੀ ਹੋਈ ਹੈ। ਇਹ ਗੱਲ ਉਹ ਆ ਜਿਹੜੀ ਆਪਾਂ ਸਭ ਤੋਂ ਵੱਧ ਪਿਛਲੇ ਲੰਮੇ ਅਰਸੇ ਤੋਂ ਕਹਿੰਦੇ ਆ ਰਹੇ ਹਾਂ ਕਿ 1 ਜੂਨ ਨੂੰ 2015 ਨੂੰ ਸਰੂਪ ਚੋਰੀ ਹੁੰਦਾ, 14 ਅਕਤੂਬਰ ਤੱਕ ਬੜਾ ਟਾਈਮ ਸੀ ਆਪਣੇ ਪੰਥ ਕੋਲੇ, ਇਸ ਸਰਕਾਰ ਕੋਲੇ, ਕਿ ਉਹਨਾਂ ਜ਼ਾਲਮ ਬੁੱਚੜ ਚੋਰਾਂ ਨੂੰ ਫੜਦੀ ਸਰਕਾਰ। ਉੱਥੇ ਆ ਕੇ ਸੁਖਬੀਰ ਬਾਦਲ ਬਹਿ ਜਾਂਦਾ, ਡਿਪਟੀ ਸੀਐਮ ਸੀਗਾ, ਤੇ ਉੱਥੇ ਡੀਜੀਪੀ ਨੂੰ ਬਿਠਾ ਲੈਂਦਾ ਵੀ ਹੁਣ ਤਾਂ ਇੱਥੋਂ ਉਦੋਂ ਤੁਰਾਂਗੇ ਜਦੋਂ ਉਹ ਬੁੱਚੜ ਫੜ ਲਿਆ ਹੋਊਗਾ ਜਾਂ ਮੁਕਾਬਲੇ 'ਚ ਮਾਰ ਦਿੱਤੇ ਜਾਣਗੇ ਜਿਨ੍ਹਾਂ ਨੇ ਬੁਰਜ ਜਵਾਹਰ ਕੇ ਤੋਂ ਸਰੂਪ ਚੋਰੀ ਕੀਤਾ। ਉਹ ਗੁਰਦੇਵ ਨਾਂ ਦਾ ਪਾਪੀ ਦੁਸ਼ਟ, ਜਿਹਦੀ ਦੁਕਾਨ ਗੁਰਦੁਆਰਾ ਸਾਹਿਬ ਦੇ ਕੋਲੇ ਸੀ, ਜਿਹਨੇ ਇਹ ਚੋਰੀ ਕਰਵਾਈ, ਉਹਨੂੰ ਬਾਅਦ 'ਚ ਸਿੰਘਾਂ ਨੇ ਸੋਧਿਆ
ਉਹਦੀ ਜਨਾਨੀ ਨੂੰ ਇਸ ਸੁਖਬੀਰ ਨੇ ਪੰਜਾਬ ਪੁਲਿਸ ਵਿੱਚ ਨੌਕਰੀ ਦਿੱਤੀ ਹੋਈ ਹੈ। ਹੋਰ ਜਿਹੜੇ ਤੁਰੇ ਫਿਰਦੇ ਆ ਪ੍ਰਦੀਪ ਕੁਰੇਦ ਲੱਲੜ ਪੱਲੜ ਸਾਰਿਆਂ ਦੇ ਨਾਲ ਇਹਨਾਂ ਦੇ ਰਿਲੇਸ਼ਨ ਨੇ, ਸੰਬੰਧ ਨੇ, ਕੋਈ ਲੁਕੀ ਛਿਪੀ ਗੱਲ ਨਹੀਂ। ਅੱਜ ਇਹ ਗੱਲ ਜਦੋਂ ਪੁੱਛੀ ਗਈ ਕਿ ਦੱਸੋ ਤੁਸੀਂ ਪਾਵਨ ਸਰੂਪ ਜਦੋਂ ਚੋਰੀ ਹੋਏ ਜਾਂ ਬਰਗਾੜੀ 'ਚ ਹੋਇਆ ਤੁਸੀਂ ਉਦੋਂ ਦੇਰੀ ਕੀਤੀ ਕਿ ਨਹੀਂ ਕੀਤੀ, ਕਹਿੰਦੇ ਜੀ ਕੀਤੀ। ਫਿਰ ਜਦੋਂ ਇਹਨਾਂ ਨੇ ਕੁਝ ਕੀਤਾ ਨਹੀਂ ਤਾਂ ਸਿੱਖ ਜਗਤ ਨੇ ਕੋਟਕਪੂਰੇ ਬੱਤੀਆਂ ਵਾਲੇ ਚੌਂਕ 'ਚ ਜੇ ਇਨਸਾਫ ਲਈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਇਹ ਜੇਕਰ ਧਰਨਾ ਲਾ ਲਿਆ ਤਾਂ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਉੱਥੇ ਲਾਠੀ ਚਾਰਜ ਕਰਾਇਆ, ਗੋਲੀ ਚਲਾਈ, ਜਿਹਦੇ 'ਚ ਬਹਿਬਲ ਪਿੰਡ ਦੇ ਵਿੱਚ 2 ਸਿੰਘ ਸ਼ਹੀਦ ਹੋ ਗਏ, ਮੰਨਦੇ ਹੋ? ਸੁਖਬੀਰ ਸਿੰਘ ਨੇ ਕਿਹਾ ਹਾਂ ਅਸੀਂ ਮੰਨਦੇ ਹਾਂ। ਉਹ ਜਿਹੜੇ ਬੰਦੇ ਅੱਜ ਤੱਕ ਇਹ ਭਕਾਈ ਮਾਰਦੇ ਰਹੇ ਨੇ ਕਿ ਜੀ ਇਹ 'ਚ ਸੁਖਬੀਰ ਦਾ ਕੀ ਕਸੂਰ ਆ, ਫਿਰ ਅੱਜ ਉਹ ਸੁਖਬੀਰ ਨੂੰ ਜਾ ਕੇ ਕਹਿ ਦਿੰਦੇ ਉੱਥੇ ਵੀ ਤੂੰ ਨਾ ਮੰਨੀ। ਅੱਜ ਉੱਥੇ ਮੰਨਿਆ ਕਿ ਹਾਂ ਇਹ ਮੈਂ ਕੰਮ ਕਰਵਾਇਆ। ਕਿਉਂ ਕਰਵਾਇਆ? ਕਿਉਂਕਿ ਜਿਹਦੀ ਸਰਕਾਰ ਹੁੰਦੀ ਆ ਉਹੀ ਕਰਵਾਉਂਦਾ। ਫਿਰ ਨੌਜਵਾਨਾਂ ਉੱਤੇ ਜ਼ੁਲਮਾਂ ਦੀ ਕੋਈ ਕਮੇਟੀ ਬਣਾ ਕੇ ਜਾਂਚ ਨਹੀਂ ਕਰਵਾਈ, ਕਹਿੰਦਾ ਜੀ ਹਾਂ ਨਹੀਂ ਕਰਵਾਈ। ਅਖੀਰ ਗੱਲ ਆ ਗਈ ਸੌਦੇ ਸਾਧ ਨੂੰ ਜਿਹੜੀ ਮਾਫੀ ਦਿੱਤੀ ਗਈ ਸ਼੍ਰੋਮਣੀ ਕਮੇਟੀ ਤੋਂ, ਕਰੋੜ ਰੁਪਏ ਦੇ ਲਾਗੇ ਗੁਰੂ ਦੀ ਗੋਲਕ ਦਾ ਇਸ਼ਤਿਹਾਰ ਜਿਹੜੇ ਸੀ ਉਹਦੇ ਨਾਂ ਤੇ, ਉਹ ਮਾਮਲਾ ਉਹਦੇ ਵਿੱਚ ਵੀ ਮੰਨਿਆ ਕਿ ਹਾਂ ਜੀ ਅਸੀਂ ਇਹ ਪਾਪ ਕਰਵਾਇਆ ਸੀ। ਸੋ ਅੱਜ ਸੁਖਬੀਰ ਸਿੰਘ ਬਾਦਲ ਨੇ ਉਹ ਸਾਰੇ ਪਾਪ, ਉਹ ਸਾਰੇ ਗੁਨਾਹ, ਉਹ ਸਾਰੇ ਇਲਜ਼ਾਮ ਪ੍ਰਵਾਨ ਕੀਤੇ ਨੇ, ਇਕਬਾਲੇ ਜੁਰਮ ਕੀਤਾ ਹੈ, ਜਿਨ੍ਹਾਂ ਦੇ ਕਰਕੇ ਕਈ ਜਿਹੜੇ ਉਹਨਾਂ ਦੇ ਪਾਲਤੂ ਰੱਖੇ ਹੋਏ ਸੀ ਚਾਪਲੂਸ ਟੋਲਾ, ਜਿਨ੍ਹਾਂ ਨੇ ਪੰਥਕ ਗੁਰਸਿੱਖਾਂ ਨੂੰ ਪਿਛਲੇ ਸਮੇਂ 'ਚ ਜੌਣਾ ਦੁੱਭਰ ਕਰੀ ਰੱਖਿਆ, ਗੰਦ ਵਕਿਆ, ਕਦੇ ਪੁਲਿਸ ਭੇਜ ਕੇ ਚਕਵਾਤਾ, ਕਦੇ ਕੁਛ ਕਰਤਾ, ਕਦੇ ਧਮਕੀਆਂ ਦਵਾਤੀਆਂ। ਅੱਜ ਉਹ ਸਾਰੇ ਸੱਚੇ ਪਾਤਸ਼ਾਹ ਦੇ ਸਾਹਮਣੇ ਸਕੂਨ ਨਾਲ, ਤਸੱਲੀ ਨਾਲ ਕਿ ਸਾਨੂੰ ਪਾਤਸ਼ਾਹ ਤੇਰੀ ਗੱਲ ਕਰਨ ਕਰਕੇ ਇਹਨਾਂ ਬੁੱਚੜਾਂ ਨੇ ਬਹੁਤ ਖਪਾਇਆ, ਬਹੁਤ ਸਤਾਇਆ। ਤੇ ਅੱਜ ਜਦੋਂ ਜਥੇਦਾਰ ਰਘਵੀਰ ਸਿੰਘ ਨੇ ਤੇ ਬਾਕੀ ਜਥੇਦਾਰ ਸਾਹਿਬਾਨ ਨੇ ਇਹ ਐਲਾਨ ਕੀਤਾ ਕਿ ਸੁਖਦੇਵ ਸਿੰਘ ਢੀਂਡਸਾ, ਸੁਖਬੀਰ ਬਾਦਲ, ਸੁੱਚਾ ਸਿੰਘ ਲਗਾ, ਹੀਰਾ ਸਿੰਘ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਇਹਨਾਂ ਸਾਰਿਆਂ ਨੂੰ ਇਹਨਾਂ ਸਾਰੇ ਅਕਾਲੀ ਲੀਡਰਾਂ ਨੂੰ, ਬਾਦਲ ਦਲ ਦੇ ਚਾਪਲੂਸਾਂ ਨੂੰ, ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਨਾਲ ਖੜ ਕੇ ਸਾਰਾ ਪਾਪ ਕਮਾਇਆ, ਇਹਨਾਂ ਸਾਰਿਆਂ ਨੂੰ ਤਨਖਾਹ ਲਾਈ ਗਈ ਆ ਕਿ ਜੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜੇ ਬਾਥਰੂਮ ਆ ਤੁਸੀਂ ਉਹਨਾਂ ਦੀ ਸਫਾਈ ਕਰਨੀ ਆ, ਲੰਗਰ 'ਚ ਭਾਂਡੇ ਮਾਂਜਣੇ ਆ, ਸੁਖਮਨੀ ਸਾਹਿਬ ਦਾ ਪਾਠ ਕਰਨਾ, ਗਲ 'ਚ ਤਖਤੀ ਜਿਹੜੀ ਆ ਉਹ ਵੀ ਪਾ ਦਿੱਤੀ ਗਈ ਆ। ਬੇਸ਼ੱਕ ਤਨਖਾਹ ਵੀ ਇਹਨਾਂ ਨੂੰ ਅਨਾਉਂਸ ਕਰਤੀ, ਇਹਨਾਂ ਨੇ ਪਾਪ ਵੀ ਆਪਦੇ ਮੰਨ ਲਏ, ਪਰ ਸਿੱਖ ਜਗਤ ਨੂੰ ਇਸ ਸਾਰੇ ਕਾਸੇ ਤੋਂ ਜਿੰਨੀ ਆਸ ਸੀ ਕਿ ਆਹ ਕੁਝ ਹੋਊਗਾ, ਉਹ ਕੁਝ ਨਹੀਂ ਹੋਇਆ। ਸਿੱਖ ਕੌਮ ਨੂੰ ਇਹਨਾਂ ਦੇ ਪਾਪ ਦੇ ਬਾਰੇ ਕੋਈ ਵਹਿਮ ਨਹੀਂ ਸੀਗਾ। ਜੋ ਗੁਨਾਹ ਇਹਨਾਂ ਨੇ ਕੀਤੇ ਆ ਪਿਛਲੇ 9-10 ਸਾਲਾਂ ਤੋਂ ਪੰਥ ਚੰਗੀ ਤਰ੍ਹਾਂ ਜਾਣੂ। ਇਹ ਤੇ ਇਹਨਾਂ ਦੇ ਟੋਲੇ ਉਲਟਾ ਸਾਜ਼ਿਸ਼ ਦੱਸਦੇ ਰਹੇ ਆ, ਗਲਤ ਕਹਿੰਦੇ ਰਹੇ ਆ। ਅੱਜ ਬਹੁਤ ਵੱਡੀ ਗੱਲ ਆ ਕਿ ਸਿੱਖ ਸੱਚੇ ਸਾਬਤ ਹੋਏ ਨੇ। ਬਾਦਲ ਪਰਿਵਾਰ, ਬਾਦਲ ਸਰਕਾਰ, ਬਾਦਲ ਦਲ ਦੀ ਜੁੰਡਲੀ, ਇਹ ਸਾਰੇ ਝੂਠੇ ਸਾਬਤ ਹੋਏ। ਤਨਖਾਹ ਭੁਗਤ ਕੇ ਸੁਰਖਰੂ ਹੋਣ ਦਾ ਜੇ ਇਹ ਸੋਚਣ ਵੀ ਹੁਣ ਜੀ ਬਸ ਅਸੀਂ ਬੱਲੇ ਬੱਲੇ, ਇਹ ਗੱਲ ਬਿਲਕੁਲ ਨਹੀਂ ਹੋਣੀ। ਵੈਸੇ ਵੀ ਇਹ ਤਾਂ ਅਕਾਲ ਤਖਤ ਸਾਹਿਬ ਤੋਂ ਹੀ ਹੋ ਗਿਆ ਵੀ ਇਹ ਲੀਡਰਸ਼ਿਪ ਸਾਰੀ ਦੀ ਸਾਰੀ ਫੇਲ ਆ, ਇਹ ਕਾਰਗਰ ਨਹੀਂ। ਉਹ ਨਵੇਂ ਅਕਾਲੀ ਦਲ ਦੀ ਭਰਤੀ ਲਈ ਵੀ ਉੱਥੋਂ ਇੱਕ ਟੀਮ ਦਾ ਗਠਨ ਕੀਤਾ ਗਿਆ, ਪਰ ਜੋ ਕੁਝ ਅੱਜ ਦੇ ਮਾਹੌਲ ਵਿੱਚ ਤਨਖਾਹ ਲਾਉਣ ਤੋਂ ਬਾਅਦ ਇਹ ਸੋਚਦੇ ਫਿਰਦੇ ਆ, ਬੜੀਆਂ ਉੱਥੇ ਚਿਹਰੇ ਤੇ ਜਿਵੇਂ ਖੁਸ਼ੀ ਜੀ ਹੁੰਦੀ ਆ ਵੀ ਖਹਿੜਾ ਛੁੱਟ ਗਿਆ ਖਨੀ। ਇਹ ਠੀਕ ਆ ਕਿ ਪੰਥ ਦੀ ਤਸੱਲੀ ਨਹੀਂ ਹੈਗੀ, ਇਹ ਵੀ ਠੀਕ ਆ ਕਿ ਪੰਥ ਨੇ ਉਵੇਂ ਦਾ ਵਿਰੋਧ ਨਹੀਂ ਕੀਤਾ ਜਿਵੇਂ ਜਥੇਦਾਰ ਗੁਰਬਚਨ ਸਿੰਘ ਦੇ ਗਲਤ ਫੈਸਲੇ ਦਾ ਕੀਤਾ ਸੀ, ਪਰ ਜਿੰਨਾ ਕੁ ਹੋਇਆ ਇਹ ਵੀ ਬੜੀ ਵੱਡੀ ਗੱਲ ਆ, ਚੰਗੀ ਗੱਲ ਆ, ਜੀ ਆਇਆਂ ਕਹਿਣਾ ਚਾਹੀਦਾ।
पर अगली गल ये है कि जदों इस सारे वरतारे दौरान कौम ने जो संताप झल्लिया, एवें नहीं आम आदमी पार्टी जिती, एवें नहीं कांग्रेस जिती, लोकां ने बादल दा ली जिताउणा सी 2015 तो बाद भी जो वोटां पैणीआं सी, पर इन्हां ने जो कुछ कौम नाल कीता, अज पूरी कौम का नुकसान ओह होया। करतूत कली बादल जुंडली दी आ, भुगतिया पंथ ने। जो ये सोचण कि चलो जी जे आ होया सी तां तनख्वाह भुगत ली, ये गल कोई बनदी नहीं। सिख इतिहास दे विच बीते 25-30 साल बहुत संवेदनशील सी, बड़े अहम सी। 1984 तो बाद बने हुए माहौल विच खालसा पंथ आपदे राज भाग दी जिहड़ी लड़ाई लड़ रहा सी, इन्हां ने विचाले टिंड च काना लिया के नवां ही फसाता, कौम नूं होर ही पासे उलझाता। जिहड़ी सिख शक्ति ने पंथ लई लड़ना मरना सी, उहनूं इन्हां ने बरगाड़ी बाइबल वर्गे चक्रां च पाता। जे किते इह बंदे दे पुੱਤ बन के सिखां वल्लों दित्ती, पंजाब वल्लों दित्ती राजसी शक्ति नूं वरतदे, डेरा सरसे दे महेंद्रपाल बिट्टू वर्गे ते होरनां उत्ते आप कार्रवाइयां करदे, जिन्ने होर दोस्त ने जिन्हां ने बाद विच बेअदबियां कीतियां, उन्हां खिलाफ लड़ाई लड़नी सौखी हो जाती। अज बादल दल दे बहुत सारे आगू आपो अपने इलाके दे विच कांग्रेस दे आम आदमी पार्टी दे राज विच जिहड़ियां बेअदबियां होईयां ने, उन्हां दे मौके भी आवाज चक्कण जोगे नहीं रहे, क्योंकि नैतिक तौर पर अगला कहता तुसीं आपदे राज विच जो कुछ करवाया पहला उहदा हिसाब दे। साडे तां इष्ट दी बेअदबी होई ना, चाहे वो राज जी दा मर्जी सी, पर राह खोलिया किहने? वो राह खोलिया बादल परिवार ने, बादल सरकार ने, बादल चुंडड़ी ने। डेरा सरसे दीयां वोटां लैण लई जिस तरीके नाल इस परिवार ने कौम दी पिठ च छुरा मारिया, ते जे अज सोचण कि लो जी उत्थे असीं भांडे मांज के बस जी काम सुरखरू हो गया, ये बिल्कुल नहीं होना। ठीक आ कि अज एक टर्निंग पॉइंट जिहड़ा है वो आया। मैनू ना तां जथेदार सहवान दा कुछ ते ना इस मौके हांजी हांजी करके आपदे गुनाह कबूल करन वालियां दा, मैनू आउंदा उन्हां गुरसिखां दा जिन्हां ने पहले दिन तो पैर गड्ड के लड़ाई लड़ी। मैनू वो सारे सिख भैण भरा अज उन्हां दा आउंदा जदों फखरे कौम दिता गया, उसे दिन बहुत सारिਆਂ ने जदों किसी कोले ताकत होवे, सत्ता होवे, हंकारिया होवे, ਉਹਦੇ ਸਾਹਮਣੇ ਉਹਨੂੰ ਗਲਤ ਨੂੰ ਗਲਤ ਕਹਿਣਾ। ਧੰਨ ਦੇ ਨੇ ਉਹ ਲੋਕ ਜਿਨ੍ਹਾਂ ਨੇ ਬਰਗਾੜੀ ਬਾਈਬਲ ਕਾਂਡ ਮੌਕੇ ਜਾਂ ਬਾਅਦ ਵਿੱਚ ਲੜਾਈ ਲੜੀ। ਸ਼ੁਕਰ ਕਰੋ ਉਹਨਾਂ ਲੋਕਾਂ ਦਾ, ਪੂਰਾ ਜ਼ੋਰ ਲਾਇਆ ਇਹਨਾਂ ਨੇ। ਚੇਤੇ ਕਰੋ ਜਦੋਂ ਕਾਂਗਰਸ ਦੇ ਰਾਜ ਵਿੱਚ ਦਿਖਾਉਣ ਲਈ ਕਿ ਇਹਨਾਂ ਦੇ ਤਾਂ ਮਗਰੀ ਕੋਈ ਨਹੀਂ, ਬਾਦਲ ਕਿਆ ਨੇ ਵੀ ਤੇ ਕੈਪਟਨ ਨੇ ਵੀ ਰੈਲੀਆਂ ਰੱਖਤੀਆਂ ਅੱਡ-ਅੱਡ ਥਾਵਾਂ ਦੇ ਉੱਤੇ ਕਿ ਇਹਨਾਂ ਦੇ ਮਗਰ ਕੋਈ ਨਹੀਂ, ਬਰਗਾੜੀ ਮੋਰਚੇ। पर गुरु की कला बरती, पूरे पंथ ने बरगाड़ी मोर्चे की हमायत करके उस मौके बड़ी वड्डी गल सी। अज वक्त बीतण ते कई गल्लां सानूं छूटियां लगण दी, कोई गल नहीं एडी किड्डी गल सी, पर नहीं इवें ही धमकियां दे के बदमाशी करके जेड़े भी बंदे ने इन्हां दी करतूत दा विरोध कीता, जिन्ना उहनूं खपाया सताया उहदा लेखा कदे हो नहीं सकदा। ਜਦੋਂ मैं ये सच बोलदा ਜਾਂ ਸਾਡੇ ਵਰਗੇ ਹੋਰ बहुत सारे ਭੈਣ ਭਰਾ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ, ਜਦੋਂ ਇਹ ਕਹਿੰਦੇ ਨੇ ਕਿ ਇਹਨਾਂ ਦਾ ਕੱਖ ਨਹੀਂ ਬਣਨਾ, ਤਾਂ ਉਸ ਮੌਕੇ ਕਈਆਂ ਨੂੰ ਲੱਗਦਾ ਹੈ ਕਿ ਲਓ ਜੀ ਉਹਨਾਂ ਨੇ ਹੁਣ ਤਨਖਾਹ ਜਦੋਂ ਭੁਗਤ ਲਈ, ਅਕਾਲ ਤਖਤ ਸਾਹਿਬ ਤੋਂ ਸੁਰਖਰੂ ਹੋ ਕੇ ਜਦੋਂ ਪੰਜਾਬ 'ਚ ਦਿੱਤਾ ਗੇੜਾ, ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਮਨਾਇਆ, ਉੱਥੇ ਕੁਛ ਇਕੱਠ ਕਰ ਲੈਣਗੇ, ਫਿਰ ਹੌਲੀ ਹੌਲੀ ਹੋਲੇ ਮਹੱਲੇ तक 80-90% काम खिंच के लै जाणगे ते दमदमा साहिब वाली विसाखी तक बस सुरखरू। ये गल बननी नहीं, क्योंकि खालसा पंथ ने अज तां
ਇਉਂ ਮਹਿਸੂਸ ਕੀਤਾ, ਇਉਂ ਧਾਹਾਂ ਮਾਰੀਆਂ ਨੇ ਕਿ ਦੇਖਿਆ ਅਸੀਂ ਸੱਚੇ ਨਿਕਲੇ ਆ ਨਾ। ਸੱਚਾਈ ਇਹ ਹੈ, ਜਦੋਂ ਇਹਨਾਂ ਕੋਲੇ ਤਾਕਤ ਸੀ ਨਾ, ਜਦੋਂ ਇਹਨਾਂ ਕੋਲੇ ਸਮਰੱਥਾ ਸੀ, ਜੋ ਕੁਝ ਕੀਤਾ ਉਹ ਬਿਆਨ ਤੋਂ ਬਾਹਰ। ਲੋਕ ਬੱਸੇ ਰੰਗੜ ਦੇ, ਅਬਦਾਲੀ ਦੇ, ਨਾਦਰ ਦੇ ਹਮਲਿਆਂ ਵਾਂਗੂ ਰਾਤ ਨੂੰ ਕੱਪੜੇ ਲੀੜੇ ਕੋਲੇ ਰੱਖ ਕੇ ਪੈਂਦੇ ਸੀ ਵੀ ਪਤਾ ਨਹੀਂ ਕਿਹੜੇ ਥਾਣੇ ਦੀ ਪੁਲਿਸ ਨੇ ਕਦੋਂ ਚੱਕ ਕੇ ਲੈ, ਪਤਾ ਨਹੀਂ ਕਿਹਨੇ ਆ ਕੇ ਰੇਡ ਮਾਰਨੀ ਆ ਕਿ ਜੀ ਤੁਸੀਂ ਕੱਲ ਨੂੰ ਫਲਾਣੇ ਥਾਂ ਦੇ ਉੱਤੇ ਧਰਨਾ ਦੇਣਾ ਚਾਹੁੰਦੇ ਹੋ ਨਾ, ਆਓ ਇੱਧਰ। ਬਹੁਤ ਮਾੜਾ ਹਾਲ ਸੀ, ਬਹੁਤ ਔਖਾ ਸੀ। ਹੰਕਾਰ ਦੇ ਵਿੱਚ ਇਹ ਪੰਥ ਦੀ ਜਿਹੜੀ ਸ਼ਕਤੀ ਹੈ ਉਹਨੂੰ ਭੁੱਲ ਗਏ ਸੀ। ਸ਼ਾਇਦ ਹੁਣ ਗਾਹਾਂ ਕੁਛ ਸੁਰਤ ਟਿਕਾਣੇ ਆਵੇ, ਪਰ ਇਹਨਾਂ ਨੇ ਕਸਰ ਕੋਈ ਨਹੀਂ ਛੱਡੀ। ਅੱਜ ਵੀ ਜਿਹੜਾ ਇਹਨਾਂ ਨੂੰ ਤਨਖਾਹ ਲੱਗੀ ਆ, ਕਈ ਭੈਣ ਭਰਾਵਾਂ ਨੂੰ ਲੱਗਦਾ ਕਿ ਜੇ ਇਸ ਤੋਂ ਵੱਧ ਕੀ ਹੋ ਜੂ, ਫਖਰੇ ਕੌਮ ਵਾਪਸ ਲੈ ਲਿਆ ਜੀ। ਭਾਈ ਫਖਰੇ ਕੌਮ ਤਾਂ ਜਿੱਦਣ ਦਿੱਤਾ ਸੀ ਉਦਣ ਹੀ ਨਾਲ ਹੀ ਨਿਬੇੜਤਾ ਸੀ ਵੀ ਅਸੀਂ ਨਹੀਂ ਮੰਨਦੇ ਇਹਨੂੰ ਫਖਰੇ ਕੌਮ। ਬਾਦਲ ਕਦੇ ਫਖਰੇ ਕੌਮ ਨਹੀਂ ਸੀ, ਬਾਦਲ ਫਿਕਰੇ ਕੌਮ ਸੀ, ਕੌਮ ਦਾ ਫਿਕਰ ਸੀ। ਤੇ ਮੈਂ ਲਿਖ ਲਿਖ ਕੇ ਇਹ ਅਰਦਾਸਾਂ ਕਰਦਾ ਰਿਹਾ ਕਿ ਸੱਚੇ ਪਾਤਸ਼ਾਹ ਨੂੰ ਲੰਮੀ ਉਮਰ ਦੇ, ਮਰੇ ਨਾ ਬਦਲੇ, ਦੇਖ ਜਾਵੇ ਕਿ ਕੌਮ ਨਾਲ ਧਰੋ ਕਮਾ ਕੇ ਇਹਨੇ ਜਿਹੜਾ ਗਿਰਾ ਬਣਾਇਆ, ਜੋ ਇਹਨੇ ਕਮਾਈ ਕੀਤੀ ਆ, ਉਹ ਇਹਦੇ ਪੁੱਤ ਪੋਤੇ ਕੀ ਉਹਨੂੰ ਦੇਖ ਕੇ ਕੀ ਉਹਨਾਂ ਨੇ ਕਰ ਲਿਆ। ਤੇ ਆਹ ਦੇਖ ਲਓ, ਅਜੇ ਗਏ ਨੂੰ ਕਿੰਨਾ ਕੁ ਟਾਈਮ ਹੋਇਆ, ਬਾਦਲ ਰੁਲ ਗਿਆ ਸਾਰਾ ਕਿਲਾ, ਖਤਮ ਆ ਸਭ ਕੁਛ। ਇਹ ਜਿਹੜੀ ਪਾਪ ਦੀ ਲੰਕਾ ਸੀ ਇਹਨਾਂ ਦੀ, ਉਹ ਤਬਾਹ ਹੋ, ਖਤਮ ਹੋ ਗਈ। ਤੋ ਜਿਹੜੇ ਅੱਜ ਤਨਖਾਹ ਲੱਗੀ ਆ, ਉਹ ਇਹਨਾਂ ਦੇ ਗੁਨਾਹ ਨਾਲੋਂ ਬਹੁਤ ਘੱਟ ਆ। ਸੰਗਤ ਦੀ ਤਸੱਲੀ ਨਹੀਂ ਹੋ ਸਕਦੀ। ਇਹ ਵਿਚਕਾਲੜਾ ਜਾਂ ਰਾਹ ਕੱਢ ਕੇ ਡੰਗ ਸਾਰਨ ਵਾਲੀ ਜਿਹੜੀ ਗੱਲ ਆ, ਉਹ ਹੋ ਸਕਦਾ ਸਿੰਘ ਸਾਹਿਬਾਨ ਨੂੰ ਜਾਂ ਕੁਝ ਇਹੋ ਜਿਹੇ ਲੋਕ ਜਿਨ੍ਹਾਂ ਦੀ ਸਚਾਈ ਨਾਲ, ਅਸਲੀਅਤ ਨਾਲ, ਹਕੀਕਤ ਨਾਲ ਉਹੋ ਜਿਹਾ ਤਾਲਮੇਲ ਨਾ ਹੋਵੇ। ਪਰ ਗਰਾਊਂਡ ਰਿਐਲਿਟੀ ਇਹ ਆ ਕਿ ਪੰਥ ਇਹਨਾਂ ਤੋਂ ਬਹੁਤ ਦੂਰ ਚਲਿਆ ਗਿਆ। ਸਾਨੂੰ ਸ਼ਰਮ ਆਉਂਦੀ ਆ ਕਿ ਲੋਕ ਆਮ ਆਦਮੀ ਸਾਨੂੰ ਸ਼ਰਮ ਆਉਂਦੀ ਆ ਕਿ ਲੋਕਾਂ ਨੇ ਉਸ ਜਮਾਤ ਨੂੰ, ਚਾਹੇ ਚੰਗੀ ਚਾਹੇ ਮਾੜੀ, ਜਿਨ੍ਹਾਂ ਨੂੰ ਅਕਾਲੀ ਦਲ ਕਿਹਾ, ਇਹਨਾਂ ਨੂੰ ਤਿਆਗਿਆ। ਚੇਤੇ ਕਰੋ ਉਹ ਦਿਨ ਜਦੋਂ ਇਹਨਾਂ ਨੂੰ ਪਿੰਡਾਂ 'ਚ ਵੜਨਾ ਔਖਾ ਕਰਦਾ ਸੀ। ਅੱਜ ਵਾਲਾ ਦੌਰ ਹੋਰ ਆ, ਉਹ ਵੀ ਦੌਰ ਸੀ। ਤੇ ਉਦੋਂ ਲੋਕਾਂ ਨੇ ਆਮ ਆਦਮੀ ਪਾਰਟੀ ਵਰਗੀ ਪਾਰਟੀ ਚੁਣ ਲਈ, ਕਾਂਗਰਸ ਚੁਣ ਲਈ। ਤੇ ਹੁਣ ਇਹੋ ਜਿਹਾ ਕੀ ਹੋ ਗਿਆ ਕਿ ਲੋਕ ਇਹਨਾਂ ਨੂੰ ਕਹਿਣ ਜੀ ਤੁਸੀਂ ਹੁਣ ਦੁੱਧ ਧੋਤੇ ਹੋ ਗਏ। ਇਹ ਸਾਡੀ ਕੌਮ ਦਾ ਜਿਹੜਾ ਸਿੱਖ ਸੰਘਰਸ਼ ਦਾ ਜਿਹੜਾ ਪੱਖ ਵਾ, ਜੇ ਉਸ ਨਜ਼ਰੀਏ ਤੋਂ ਦੇਖਿਆ ਜਾਵੇ, 1984 ਤੋਂ ਬਾਅਦ ਸਾਡੀ ਕੌਮ ਖਾਲਿਸਤਾਨ ਵੱਲ ਨੂੰ ਵਧ ਰਹੀ ਸੀ। ਇਹਨਾਂ ਨੇ ਦੁਬਾਰਾ ਭਾਜਪਾ ਨਾਲ ਜੋੜ ਕੇ ਦੁਬਾਰਾ ਭਾਰਤੀਕਰਨ ਕੀਤਾ ਕੌਮ। ਆ ਜਿਹੜਾ ਦੁਬਾਰਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਵੋਟਾਂ ਪਈਆਂ ਨੇ, ਇਹ ਬਹੁਤ ਮਾੜਾ ਵਾਪਰਿਆ, ਬਹੁਤ ਹੀ ਭੈੜਾ ਵਾਪਰ ਰਿਹਾ। ਭਾਰਤੀ ਨਿਜ਼ਾਮ ਦੇ ਵਿੱਚ ਦਿਨੋਂ ਦਿਨ ਸਿੱਖਾਂ ਦਾ ਭਰੋਸਾ ਮਜ਼ਬੂਤ ਕਰਨ ਵਾਲੇ ਪਾਸੇ ਨੂੰ ਹਰਕਤਾਂ ਕਰ ਕਰਕੇ ਇਹਨਾਂ ਨੇ ਜੋ ਗੁਨਾਹ ਕੀਤਾ, ਉਹ ਅੱਜ ਨਹੀਂ। ਸਾਡੇ ਭਾਈਚਾਰੇ ਨੂੰ ਅੱਜ ਬਹੁਤ ਸਾਰੀਆਂ ਗੱਲਾਂ ਦੀ ਸਮਝ ਨਹੀਂ ਲੱਗਣੀ। 150 ਸਾਲ ਬਾਅਦ ਕੋਈ ਆਲੋਚਕ, ਕੋਈ ਚਿੰਤਕ, ਕੋਈ ਐਨਾਲਾਈਜ਼ ਕਰੇਗਾ ਕਿ 1984 ਤੋਂ 95 ਤੱਕ ਜਿਹੜਾ ਮਾਹੌਲ ਸੀ, ਉਹ ਕਿਵੇਂ ਆਖਰ ਦੂਜੇ ਪਾਸੇ ਨੂੰ ਤੁਰ ਪਿਆ। ਕਿਵੇਂ ਸਿੱਖ, ਅੱਜ ਤੱਕ ਕਈ ਸਿੱਖ ਸੰਘਰਸ਼ ਵਿੱਚ ਵਿਚਰੇ ਹੋਏ ਬੰਦੇ ਜਿਹੜੇ ਨੇ, ਉਹ ਭਾਰਤ ਮਾਤਾ ਕੀ ਜੈ ਕਹਿਣ ਲੱਗੇ ਪਏ ਨੇ, ਖਾਲਿਸਤਾਨ ਨੂੰ ਰੱਦ ਕਰਦੇ ਫਿਰਦੇ। ਇੱਕ ਪਾਸੇ ਸਾਰੇ ਸੰਸਾਰ ਦੇ ਵਿੱਚ ਖਾਲਿਸਤਾਨ ਦਾ ਏਜੰਡਾ ਮਜ਼ਬੂਤ ਹੋ ਰਿਹਾ, ਦੂਜੇ ਪਾਸੇ ਸਾਡੀ ਕੌਮ ਜਿਹੜੀ ਆ ਇੱਥੇ ਪੰਜਾਬ ਦੀ ਧਰਤੀ ਉੱਤੇ, ਉਹਨੂੰ ਧੱਕ ਕੇ ਹਾਲਾਤ ਇਹੋ ਜਿਹੇ ਬਣਾ ਕੇ ਦਿੱਤੇ ਜਾ ਰਹੇ ਨੇ ਕਿ ਜੀ ਇਹ ਤਾਂ ਆਪਣਾ ਬਸ ਮੁਲਕ ਆ ਜੀ, ਇੱਥੇ ਨਜ਼ਾਰੇ ਲਓ। ਅੱਜ ਆ ਸਾਰੇ ਵਰਤਾਰੇ ਨੇ ਬਾਦਲ ਦਲ ਨੂੰ, ਜਿਵੇਂ ਕਹਿੰਦੇ ਆ ਨਾ ਵਾਸ਼ਿੰਗ ਪਾਊਡਰ ਨਿਰਮਾ, ਵੀ ਧੋ ਧਾ ਕੇ ਦੁੱਧ ਧੋਤਾ ਬਣਾਉਣ ਦਾ ਜਿਹੜਾ ਕੰਮ ਸੀ ਉਹ ਕਰਨਾ ਚਾਹਿਆ, ਪਰ ਗੱਲ ਬਣਦੀ ਨਹੀਂ। ਕਿਉਂ ਨਹੀਂ ਬਣਨੀ? ਕਿਉਂਕਿ ਗੁਨਾਹ ਬਹੁਤ ਵੱਡੇ।
ਅੱਜ ਸਿਰਫ ਇੰਨਾ ਹੀ ਵਾਪਰਿਆ ਨਾ ਕਿ ਜਿਹੜੇ ਪਾਪ ਇਹਨਾਂ ਨੇ ਕੀਤੇ ਸੀ ਇਹ ਮੰਨਦੇ ਨਹੀਂ ਸੀ, ਅੱਜ ਉਹ ਮੁੱਕਰਦੇ ਮੰਨਣ ਲਈ ਮਜਬੂਰ ਹੋ। ਇਸ ਤੋਂ ਅਗਲੀ ਗੱਲ ਕਹਿ ਕੇ ਨਿਬੇੜਾ ਕਰਾਂ ਕਿ ਅੱਜ ਵੀ ਇਹਨਾਂ ਦੇ ਚਾਪਲੂਸਾਂ ਨੇ ਫੇਰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਬਾਦਲਕਿਆਂ ਦਾ ਪੱਖ ਪੂਰਨਾ ਸ਼ੁਰੂ ਕਰ ਦਿੱਤਾ। ਜਿੰਨਾ ਜ਼ਿਆਦਾ ਇਹ ਲੋਕਾਂ ਨੂੰ ਚੜਾਉਣਗੇ, ਜੇ ਤਾਂ ਸਿੱਧਾ ਕੋਈ ਮੰਨ ਲਵੇ ਕਿ ਠੀਕ ਆ ਜੀ ਅਸੀਂ ਜਿਵੇਂ ਅੱਜ ਸੁਖਬੀਰ ਨੇ ਉੱਥੇ ਮੰਨਿਆ, ਉਹਦੇ ਵਿੱਚ ਵੀ ਬੰਦੇ ਨੂੰ ਤਰਸ ਆ ਸਕਦਾ ਵੀ ਛੱਡੋ ਪਰਾਂ ਇਹੋ ਜਿਹੇ ਗਰਕੇ ਹੋਏ ਬੰਦਿਆਂ ਨੂੰ ਆਪਾਂ ਹੋਰ ਕੀ ਕਰਨਾ। ਪਰ ਜਦੋਂ ਇੱਕ ਤਾਂ ਚੋਰੀ, ਇੱਕ ਸੀਨਾ ਜ਼ਰੂਰੀ, ਨਾਲੇ ਤਾਂ ਪੰਥ ਨਾਲ ਧਰੋ ਕਮਾਵੋ, ਨਾਲੇ ਸੱਚੇ ਬਣ ਕੇ ਦਿਖਾਵੋ, ਇਹ ਜਿਹੜਾ ਵਰਤਾਰਾ ਵਾਪਰਿਆ ਇੰਨਾ ਛੋਟਾ ਨਹੀਂ। ਮੈਨੂੰ ਫਖਰ ਆ, ਮੈਨੂੰ ਮਾਣ ਆ, ਅਸੀਂ ਇਸ ਜ਼ੁਲਮ ਦੇ ਖਿਲਾਫ ਡਟ ਕੇ ਖੜੇ ਰਹੇ। ਮੈਨੂੰ ਫਖਰ ਆ ਉਹਨਾਂ ਸਾਰੇ ਗੁਰਸਿੱਖਾਂ ਤੇ ਭੈਣ ਭਰਾਵਾਂ ਤੇ ਜਿਨ੍ਹਾਂ ਨੇ ਇਸ ਪਾਪ ਦੇ ਖਿਲਾਫ ਡਟ ਕੇ ਲੜਾਈ ਲੜੀ। ਧਰਕਾਰ ਆ ਲਾਹਣਤ ਆ ਉਹਨਾਂ ਤੇ ਜਿਹੜੇ ਲਿਖਦੇ ਰਹੇ ਨੇ ਇਹ ਬਾਦਲਾਂ ਦਾ ਸੁਣਸਣਾ ਵਜਾਉਂਦੇ ਆ। ਲਾਹਣਤ ਆ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸੱਚ ਨੂੰ ਸੱਚ ਨਹੀਂ ਕਿਹਾ, ਜਿਨ੍ਹਾਂ ਨੇ ਝੂਠ ਦੀ ਪੈਰਵਾਈ ਕੀਤੀ। ਜੁੱਤੀਆਂ ਪੈਣਗੀਆਂ, ਦੋਹਾਂ ਜਹਾਨਾਂ 'ਚ ਧੱਕੇ ਜਾਣਗੇ ਆ ਗੁਰਬਚਨੇ ਜਥੇਦਾਰ ਵਾਂਗੂ ਜਿਨ੍ਹਾਂ ਨੇ ਪਾਪ ਦਾ ਸਾਥ ਦਿੱਤਾ। ਪੁੱਛ ਕੇ ਦੇਖੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ, ਸਾਡਾ ਇੱਕ ਬਹੁਤ ਕਰੀਬੀ ਪਿਆਰਾ ਮਿੱਤਰ ਗੁਰਪ੍ਰੀਤ ਸਿੰਘ ਜਾਗੋਵਾਲ, ਜੇ ਇਹ ਚੰਗੇ ਹੁੰਦੇ ਕਾਹਨੂੰ ਉਹ ਬੰਦੇ ਨੂੰ ਸਜ਼ਾ ਹੁੰਦੀ। ਉਹ ਜਿਹੜੀ ਘਵੱਦੀ ਪਿੰਡ ਦੇ ਵਿੱਚ ਜਿਹਨੇ ਬੇਅਦਬੀ ਕੀਤੀ ਸੀ ਉਹਨੂੰ ਸੋਧਾ ਲਾ ਕੇ ਆਪਦੇ ਸਾਥੀ ਸਮੇਤ ਵਿਚਾਰਾ ਜੇਲ੍ਹ 'ਚ ਹੋਰ ਬੜੇ ਨੇ। ਇੱਥੇ ਸਿੱਖ ਨੌਜਵਾਨ ਰੋਂਦੇ ਹੁੰਦੇ ਸੀ, ਕਲਪਦੇ ਸੀ, ਭਾਜੀ ਕੋਈ ਰਾਹ, ਕੋਈ ਗੱਲ ਕੱਢੀ ਜਾਵੇ। ਰੋਕ ਕੇ ਰੱਖੀ ਹੈ ਜਵਾਨੀ ਪੰਜਾਬ ਦੀ, ਤੇ ਇਹ ਰਾਹ ਕਿਹਨੇ ਖੋਲਿਆ? ਜਦੋਂ ਤੁਹਾਡੇ ਇਸ਼ਟ ਦੀ ਸ਼ਰੇਆਮ ਬੇਅਦਬੀ ਹੋਵੇ, ਮੌਕੇ ਦੀ ਸਰਕਾਰ ਇਨਸਾਫ ਦੇਵੇ ਨਾ, ਇਹ ਸਿੱਖ ਜਵਾਨੀ ਲਈ ਹਥਿਆਰ ਚੱਕ ਕੇ ਲੜਨ ਮਰਨ ਤੋਂ ਬਗੈਰ ਹੋਰ ਰਾਹ ਰਹਿ ਕਿਹੜਾ ਗਿਆ? ਤੇ ਜੇ ਕੋਈ ਆਪ ਸੋਧਾ ਲਾਵੇ ਤੇ ਤੁਹਾਡੇ ਸਾਹਮਣੇ ਆ ਸਿੰਘੂ ਬਾਰਡਰ ਦੇ ਉੱਤੇ ਜਿਨ੍ਹਾਂ ਨੇ ਕੀਤਾ ਸੀ, ਕਿਵੇਂ ਉਹਨਾਂ ਤੇ ਕਤਲ ਦੇ ਪਰਚੇ ਬਣਾਤੇ ਸਰਕਾਰ ਨੇ। ਸਰਕਾਰ ਇਨਸਾਫ ਦੇਵੇ ਨਾ, ਬੇਅਦਬੀ ਦੇ ਦੋਸ਼ੀਆਂ ਨੂੰ ਕਹੇ ਜੀ ਅਸੀਂ ਤਾਂ ਸਾਲ 2 ਸਾਲ ਸਜ਼ਾ ਕਰ ਸਕਦੇ, ਤੇ ਸਿੱਖ ਨੌਜਵਾਨ ਕਿਹੜੇ ਖੂਹ 'ਚ ਜਾਣ? ਸੋ ਅੱਜ ਉਹਨਾਂ ਸਾਰਿਆਂ ਨੂੰ ਸ਼ਰਮ ਨਾਲ ਡੁੱਬ ਕੇ ਮਰਨਾ ਚਾਹੀਦਾ ਜਿਨ੍ਹਾਂ ਨੇ ਬਾਦਲਕਿਆਂ ਦੀ ਨਜਾਇਜ਼ ਹਮਾਇਤ ਕੀਤੀ, ਜਿਨ੍ਹਾਂ ਨੇ ਬੇਅਦਬੀ ਕਰਨ ਵਾਲਿਆਂ ਦੀ, ਉਹਨਾਂ ਗੁਨਾਹਗਾਰਾਂ ਪਾਪੀਆਂ ਦੀ ਇੱਕ ਤਰੀਕੇ ਨਾਲ ਹਮਾਇਤ ਕੀਤੀ। ਅੱਜ ਇੱਕ ਝੂਠ ਦਾ, ਇੱਕ ਕੁਫਰ ਦਾ ਪਹਾੜ ਆ ਜਿਹੜਾ ਉਹ ਨੰਗਾ ਹੋਇਆ। ਅਜੇ ਇਹ ਕਹਾਣੀ ਮੁੱਕੀ ਨਹੀਂ, ਇਹ ਇੱਕ ਮੋੜ ਆ, ਅੱਗੇ ਬਹੁਤ ਕੁਝ ਹੋਏਗਾ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਸੱਚ ਦਾ ਸਾਥ ਦਿੰਦੇ ਰਹਿ ਸਕੀਏ, ਕੌਮ ਦੀ ਹਮਾਇਤ ਕਰਦੇ ਰਹਿ ਸਕੀਏ, ਪੰਥ ਪ੍ਰਸਤੀ ਦੀ ਭਾਵਨਾ ਸਦਾ ਬੁਲੰਦ ਰਹੇ, ਖਾਲਿਸਤਾਨ ਦੇ ਝੰਡੇ ਨੂੰ ਏਦਾਂ ਹੀ ਉੱਚਾ ਤੇ ਸੁੱਚਾ ਕਰਕੇ ਚਲਾਉਂਦੇ ਰਹੀਏ। ਇੱਥੇ ਸਮਾਪਤੀ ਹੈ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।